अब ਜਿਹੜੇ ਹੈ ਨਕਲੀ ਪੰਜਾਬੀ ਨਹੀਂ ਸਮਝਦੇ ਸਤਾਰ ਪਾਣ ਨਾਲ ਕੋਈ ਸਿੱਖ ਨਹੀਂ ਬਣਦਾ। एक गल मैं ਕਈਆਂ ਦੀ ਮਜਬੂਰੀ ਹੈ ਜਿਸ ਮੈਨੂੰ ਲੱਗਦਾ ਵੀ ਆ ਚੀਫ ਮਿਨਿਸਟਰੀ ਆਊਗੀ ਪੱਗ ਕਰਕੇ ਇਸ ਕਰਕੇ ਬੜੇ ਫਿਰਦੇ ਆ, ਪਰ ਮੈਂ ਉਹਨਾਂ ਨੂੰ ਨਾ ਸਿੱਖ ਮੰਨਦਾ। ਸਿੱਖ ਛੱਡੋ, ਪੰਜਾਬੀ ਵੀ ਹੈ ਨਹੀਂ। ਗੱਲ ਇਹ ਵੀ ਚੱਲੀ ਹੈ ਕਿ ਸੈਸ਼ਨ ਇਸ ਡਰ ਤੋਂ ਬੁਲਾਇਆ ਵੀ ਇੰਡੀਆ ਅਲਾਈਅੰਸ ਦੇ ਵਿੱਚ ਜਿੰਨੇ ਲੋਕ ਇਕੱਠੇ ਹੋ ਗਏ ਬੀਜੇਪੀ ਨੂੰ ਘਬਰਾਹਟ ਹੋਈ ਪਈ ਹੈ ਇਸ ਵੇਲੇ। ਉਹ ਫਿਰ ਚੀਕਾਂ ਕਿਉਂ ਮਾਰੀ ਜਾਂਦੇ ਸਾਹਿਬ? ਜੇ ਘਬਰਾਹਟ ਚ ਕਰ ਲਿਆ ਫਿਰ ਹੋਰ ਤਕੜੇ ਹੋ ਕੇ ਜਾ ਕੇ ਉਸ ਤੇ ਪਾਰਟਿਸਿਪੇਟ ਕਰੋ। ਤੁਹਾਡੀ ਜਿਹੜੇ ਇੰਡੀਆ ਅਲਾਈਅੰਸ ਨੂੰ ਲੈ ਕੇ ਕੀ ਪਰਸੈਪਸ਼ਨ ਹੈ ਕਿ ਇਹ ਇਕੱਠੇ ਤੁਰ ਸਕਦੇ ਆ? ਜਿਹੜੇ ਪੰਚਾਇਤ ਦੇ ਇਲੈਕਸ਼ਨ ਭਗਵੰਤ ਮਾਨ ਜੀ ਨੇ ਕੈਂਸਲ ਕੀਤੇ ਹੈ ਨਾ, ਲਾ ਤੁਸੀਂ ਨਵੰਬਰ ਚ ਕਰਾ ਦਿਓ। ਇੱਥੇ ਤੁਸੀਂ ਬੈਠੇ ਹੋ, ਇੱਥੇ ਮੈਂ ਬੈਠਾ, ਤੇ ਤੁਸੀਂ ਆ ਕੇ ਦੁਬਾਰਾ ਇੰਟਰਵਿਊ ਲੈ ਲਿਓ। ਜੇ ਇੱਥੇ ਛਿੱਤਰੋ ਛਿੱਤਰੀ ਹੁੰਦੇ ਮੈਂ ਨਾ ਦਿਖਾਣ ਤੁਹਾਨੂੰ। ਜਿਹੜੇ ਆ ਕੱਲ ਚੀਮਾ ਸਾਹਿਬ ਦਾ ਬਿਆਨ ਆਇਆ ਨਾ ਵੀ ਇਕੱਠੇ ਅਸੀਂ ਲੜਾਂਗੇ, ਤੁਸੀਂ ਪਾਰਲੀਮੈਂਟ ਲੜਨ ਦੀ ਗੱਲ ਕਰੀ ਜਾਂਦੇ, ਪੰਚਾਇਤ ਵਾਲਾ ਇਕੱਠਾ ਲੜ ਕੇ ਦਿਖਾ ਦਿਓ ਵੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ। ਸਾਰੇ ਕਾਂਗਰਸੀ ਜਿੰਨੇ ਸੀਗੇ ਸਾਰੇ ਕਹਿੰਦਾ ਚੋਰ ਸੀਗੇ, ਸਾਰੇ ਫੜ ਕੇ ਅੰਦਰ ਚੁਣੂਗਾ। ਉਹਨਾਂ ਦਾ ਕੀ ਬਣੂਗਾ ਸਭ? ਚੋਰ ਸਿਪਾਹੀ ਦਾ ਖੇਡ ਹੈ, ਦੋਨੋਂ ਰਲ ਗਏ। ਹੂਜ਼ ਗੋਇੰਗ ਟੂ ਵਾਚ ਦਾ ਇੰਟਰਸਟ ਆਫ ਪੰਜਾਬ? ਮੈਂ ਇਹਨਾਂ ਨਾਲੋਂ ਨਕਲੀ ਸਿੱਖਾਂ ਨਾਲੋਂ ਅਸਲੀ ਸਿੱਖ ਹਾਂ। ਨਾ ਤਾਂ ਮੈਂ ਅਸੈਂਬਲੀ 'ਚ ਬਾਦਲ ਸਾਹਿਬ ਨੂੰ ਕਹੀ। ਕਾਂਗਰਸ ਤੇ ਬੀਜੇਪੀ ਦੀ ਕਾਰਜਸ਼ੈਲੀ ਦੇ ਵਿੱਚ ਕੋਈ ਫਰਕ ਨਜ਼ਰ ਆਇਆ? ਬਿਲਕੁਲ ਸਰ, ਬਹੁਤ ਫਰਕ ਹੈ ਸਰ। ਇਹ ਕਾਂਗਰਸੀ ਲੀਡਰ ਉਦੋਂ ਭੱਜ ਕੇ ਰਾਹੁਲ ਜੀ ਕੋਲ ਗਏ ਸੀ, ਉਹਦਾ ਸੁਨੀਲ ਜਾਖੜ ਦਾ ਬਾਦਲ ਸਾਹਿਬ ਦੇ ਨਾਲ ਜਾ ਵੜਿਆ ਡਾਕਟਰ ਮਨਮੋਹਨ ਸਿੰਘ ਕੋਲ, 2100 ਕਰੋੜ ਰੁਪਏ ਲੈ ਕੇ ਆਏ ਸੀਗੇ। ਨਾਮ ਰੱਖਣ ਨਾਲ ਕੋਈ ਇੰਡੀਆ ਨਹੀਂ ਤੇ ਪੱਗ ਰੱਖਣ ਨਾਲ ਕੋਈ ਸਰਦਾਰ ਨਹੀਂ। ਕੰਮ ਬੋਲਣਗੇ ਇਵੈਂਚੁਅਲੀ, ਤੁਹਾਡਾ ਕਿਰਦਾਰ ਬੋਲੂਗਾ ਸਰ। ਕਾਂਗਰਸ ਤੋਂ ਕਿਨਾਰਾ ਕਰਨਾ ਜ਼ਰੂਰੀ ਹੋ ਗਿਆ ਸੀ ਜਾਂ ਕੋਈ ਬੀਜੇਪੀ ਜਾਣਾ ਮਜਬੂਰੀ ਹੋ ਗਿਆ ਸੀ? ਕਾਂਗਰਸ ਛੱਡਣਾ ਜ਼ਰੂਰੀ ਹੋ ਗਿਆ, ਪਰ ਕਿਸੇ ਨੂੰ ਜੁਆਇਨ ਕਰਨਾ ਕੋਈ ਮਜਬੂਰੀ ਹੈ ਨਹੀਂ। ਕੋਈ ਜਦੋਂ ਸਾਡੀ ਅਣਖ ਨੂੰ ਵੰਗਾਰੇ ਸਾਹਿਬ, ਉਹਦੇ ਬਾਅਦ ਆ ਜ਼ਰੂਰੀ ਹੋ ਜਾਂਦਾ ਹੈ ਵੀ ਉੱਥੇ ਫਿਰ ਬਾਕੀ ਸਾਰੇ ਰਿਸ਼ਤੇ ਭੁਲਾ ਕੇ ਆਪਣੀ ਅਣਖ ਤੇ ਪਹਿਰਾ ਦੇਣਾ। ਨਾ ਹਵਾओं ने बख्शा ना डालों ने थामा, ये पत्ता आवारा ना बनता तो क्या बनता। ਵਾਪਸ ਜਾਣ ਦਾ ਰਸਤਾ ਰੱਖਿਆ ਹੋਇਆ? ਇਹ ਮੈਨੂੰ ਕੀ ਵਾਪਸ ਲਿਆਣਗੇ, ਨਾ ਮੈਨੂੰ ਆ ਕੱਢਣਗੇ। ਇਹ ਚਾਲਬਾਜ਼ ਲੋਕ ਹੈ ਕੁਝ ਜਿਹੜੇ ਸੀ, ਇਹਨਾਂ ਦੀ ਚਾਲ ਉੱਤੇ ਬੈਠੇ ਕੁਝ ਜਿਹੜੇ ਚੰਦ ਲੋਕ। ਕੀ ਜਾਖੜ ਸਾਹਿਬ ਹੁਣ ਇਲੈਕਟਿਡ ਪੋਲਿਟਿਕਸ ਦਾ ਹਿੱਸਾ ਬਣਨਗੇ ਜਾਂ ਨਹੀਂ? ਸੁਨੀਲ ਜਾਖੜ ਉਹਨਾਂ ਨੂੰ ਹਿੰਦੂ ਦਿਸਣ ਲੱਗਿਆ। ਕਹਿੰਦੇ ਸੁਨੀਲ ਜਾਖੜ ਨੇ ਕਾਂਗਰਸ ਦੀ ਪਿੱਠੇ ਛੁਰਾ ਮਾਰਿਆ। ਜਦੋਂ ਆਪਾਂ ਚੋਣ ਹੀ ਨਹੀਂ ਸੀ ਲੜਨੀ, ਜਦੋਂ ਐਕਟਿਵ ਪੋਲਿਟਿਕਸ ਤੋਂ ਆਪਾਂ ਕਿਨਾਰਾ ਕਰ ਲਿਆ, ਫਿਰ ਬੀਜੇਪੀ ਦੇ ਵਿੱਚ ਜਾਖੜ ਉਹਨਾਂ ਨੇ ਕਿਉਂ ਜਾਣਾ ਸੀ? ਬੀਜੇਪੀ ਸਿੱਖ ਵਿਰੋਧੀ ਹੈ, ਪਰ ਜਦੋਂ ਪਿੰਡ ਦੇ ਸੱਥ 'ਚ ਜਾ ਕੇ ਬੈਠ ਕੇ ਗੱਲ ਕਰਦੇ ਹੋ ਵੀ ਆ ਕਰਤਾਰਪੁਰ ਲਾਂਘਾ ਖੋਲਿਆ ਕਿਹਨੇ ਹੈ, ਜੇ ਬੀਜੇਪੀ ਪੰਜਾਬੀਆਂ ਦੇ ਖਿਲਾਫ ਹੋਵੇ, ਸਿੱਖਾਂ ਦੇ ਖਿਲਾਫ ਹੋਵੇ, ਤਾਂ ਲਾਂਘਾ ਤਾਂ ਸਰਦਾਰ ਮਨਮੋਹਨ ਸਿੰਘ ਤੋਂ ਵੱਡੀ ਪੋਜੀਸ਼ਨ 'ਚ ਉਹਨਾਂ ਦੇ ਦਿਲ 'ਚ ਨਹੀਂ ਸੀ ਵੀ ਕਰਤਾਰਪੁਰ ਲਾਂਘਾ ਖੋਲ੍ਹਦੀ ਹੈ, ਨਹੀਂ ਖੋਲ੍ਹ ਸਕੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਰਾਜ ਕਰਨ ਦੀ ਨੀਤੀ ਬੰਦੇ ਤੋਂ ਬਹੁਤ ਤਰ੍ਹਾਂ ਦੀਆਂ ਨੀਤੀਆਂ ਬਣਵਾਉਂਦੀ ਹੈ ਤੇ ਕਈ ਨੀਤੀਆਂ 'ਚ ਬੰਦਾ ਫਿੱਟ ਵੀ ਬਹਿੰਦਾ ਹੈ ਤੇ ਕਈ ਵਾਰੀ ਨਹੀਂ ਵੀ ਬਹਿੰਦਾ। ਸਿਆਸਤ ਦੇ ਵਿੱਚ ਜਿੰਨਾ ਨੀਤੀ ਕੰਮ ਕਰਦੀ ਹੈ ਤੇ ਮੁਕੱਦਰ ਵੀ ਉਨਾ ਹੀ ਕੰਮ ਕਰਦਾ ਹੈ। ਪਹਿਲਾਂ ਕਾਂਗਰਸ ਦੇ ਵਿੱਚ ਪੈਦਾ ਹੋਏ ਤੇ ਇਹ ਵੀ ਗੱਲਾਂ ਸੁਣੀਆਂ ਤੇ ਮੈਂ ਕੱਟੜ ਕਾਂਗਰਸੀਆਂ ਤੇ ਕਾਂਗਰਸੀ ਹੀ ਰਹੂੰਗਾ, ਪਰ ਕਾਂਗਰਸ ਤੋਂ ਕਿਨਾਰਾ ਕਰਨਾ ਪੈ ਗਿਆ। ਉਹ ਜ਼ਰੂਰੀ ਸੀ ਜਾਂ ਮਜਬੂਰੀ ਸੀ? ਅੱਜ ਗੱਲਬਾਤ ਕਰਾਂਗੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਸੁਨੀਲ ਜਾਖੜ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਇੰਟਰੋਡਕਸ਼ਨ ਦੇ ਵਿੱਚ, ਕਾਂਗਰਸ ਤੋਂ ਕਿਨਾਰਾ ਕਰਨਾ ਜ਼ਰੂਰੀ ਹੋ ਗਿਆ ਸੀ ਜਾਂ ਕੋਈ ਬੀਜੇਪੀ ਜਾਣਾ ਮਜਬੂਰੀ ਹੋ ਗਿਆ ਸੀ? ਕਾਂਗਰਸ ਛੱਡਣਾ ਜ਼ਰੂਰੀ ਹੋ ਗਿਆ, ਪਰ ਕਿਸੇ ਨੂੰ ਜੁਆਇਨ ਕਰਨਾ ਕੋਈ ਮਜਬੂਰੀ ਹੈ ਨਹੀਂ ਸੀ। ਛੱਡਣਾ ਇਸ ਕਰਕੇ ਜ਼ਰੂਰੀ ਹੋ ਗਿਆ ਵੀ ਜਿਸ ਪਾਰਟੀ ਦੇ ਅੰਦਰ ਤੁਸੀਂ ਆਪਣਾ ਇੱਕ ਨਹੀਂ ਦੋ ਪੀੜ੍ਹੀਆਂ ਨੇ 50 ਸਾਲ ਦਾ ਸਮਾਂ ਜਿਸ ਪਾਰਟੀ ਦੇ ਵਿੱਚ ਆਪਣਾ ਜੋ ਵੀ ਵਰਚਸਵ, ਖੂਨ ਪਸੀਨਾ ਜਿਸ ਪਾਰਟੀ 'ਚ ਲਾਇਆ, ਉਹ ਪਾਰਟੀ ਜਦੋਂ ਤੁਹਾਡੀ ਨੀਅਤ ਤੇ ਸ਼ੱਕ ਕਰਨ ਲੱਗ ਜੇ, ਤੁਹਾਡੇ ਤੋਂ ਸਵਾਲ ਪੁੱਛਣ ਲੱਗ ਜੇ, ਜਿਸ ਪਾਰਟੀ ਦੇ ਅੰਦਰ ਤੁਸੀਂ ਲੋਕਾਂ ਨੂੰ ਨੋਟਿਸ ਦਿੰਦੇ ਸੀਗੇ, ਉਹ ਤੁਹਾਨੂੰ ਇਸ ਕਾਬਲ ਹੀ ਨਾ ਸਮਝੇ ਵੀ ਗੱਲ ਕਰਕੇ ਕੋਈ ਮਸਲਾ ਸੁਲਝਾਉਣ ਦੀ ਬਜਾਏ ਤੁਹਾਨੂੰ ਨੋਟਿਸ ਦੇਵੇ, ਉਹ ਫਿਰ ਮੈਂ ਉਸ ਨੂੰ ਨੋਟਿਸ ਨਹੀਂ ਸਮਝਿਆ। ਜਦੋਂ ਮੈਨੂੰ ਨੋਟਿਸ ਦਿੱਤਾ ਗਿਆ, ਉਹ ਮੇਰੇ ਮੁਤਾਬਕ ਮੇਰੀ ਅਣਖ ਨੂੰ ਵੰਗਾਰਿਆ ਗਿਆ ਸੀਗਾ। ਐਜ਼ ਏ ਖੁਦਦਾਰ ਕਿਸਮ ਦੇ ਆਦਮੀ ਦੇ ਤੌਰ ਤੇ ਉਸ ਤੋਂ ਉੱਤੇ ਜੇ ਤੜਕਾ ਲਾ ਦਿਓ ਪੰਜਾਬੀ ਹੋਣ ਦੇ ਨਾਤੇ, ਕੋਈ ਜਦੋਂ ਸਾਡੀ ਅਣਖ ਨੂੰ ਵੰਗਾਰੇ ਸਾਹਿਬ, ਉਹਦੇ ਬਾਅਦ ਆ ਜ਼ਰੂਰੀ ਹੋ ਜਾਂਦਾ ਹੈ ਵੀ ਉੱਥੇ ਫਿਰ ਬਾਕੀ ਸਾਰੇ ਰਿਸ਼ਤੇ ਭੁਲਾ ਕੇ ਆਪਣੀ ਅਣਖ ਤੇ ਪਹਿਰਾ ਦੇਣਾ ਮੇਰੇ ਵਾਸਤੇ ਤਾਂ ਬਹੁਤ ਜ਼ਰੂਰੀ ਸੀਗਾ। ਜਿੱਥੇ ਤੁਸੀਂ ਆਪਣੇ ਪਹਿਲੇ ਓਪਨਿੰਗ ਸਟੇਟਮੈਂਟ ਦੇ ਅੰਦਰ ਗੱਲ ਕੀਤੀ ਕੁਰਸੀ ਵਾਸਤੇ, ਅੱਜ ਦੇ ਇਸ ਮਾਹੌਲ ਦੇ ਅੰਦਰ
ਮੇਰੇ ਖਿਆਲ ਬਹੁਤ ਸਾਰੇ 100% ਤਾਂ ਮੈਂ ਨਹੀਂ ਆਖੂੰਗਾ, ਜਿੰਨਿਆਂ ਨੂੰ ਮੈਂ ਪੰਜਾਬ ਕਾਂਗਰਸ ਦੇ ਅੰਦਰ ਦੇਖਿਆ 99% ਉਹਨਾਂ ਚੋਂ ਆਪਣੀ ਅਣਖ ਗਿਰਵੀ ਰੱਖ ਕੇ ਕੁਰਸੀਆਂ ਦੇ ਲਾਲਚੇ ਤੁਰੇ ਫਿਰਦੇ। ਉਹ ਨਾ ਤਾਂ ਕਦੇ ਸਮਝ ਸਕਣਗੇ, ਨਾ ਹੀ ਉਹਨਾਂ ਦੇ ਕਿਤੇ ਸਮਝ 'ਚ ਆ ਗੱਲ ਪੈਣੀ ਵੀ ਅਣਖ ਨਾਮ ਦੀ ਕੋਈ ਚੀਜ਼ ਹੁੰਦੀ ਹੈ ਜਿਹਦੇ ਉੱਤੇ ਪਹਿਰਾ ਦੇਣਾ ਇੱਕ ਪੰਜਾਬੀ ਦਾ ਤੇ ਇੱਕ ਖੁਦਦਾਰ ਇਨਸਾਨ ਦਾ ਵਾਸਤੇ ਇੱਕ ਧਰਮ ਹੈ। ਉਹ ਨਿਭਾਇਆ ਮੈਂ ਵੀ ਜਿਹੜੀ ਪਾਰਟੀ ਜਿਹਦੇ ਵਿੱਚ ਤੁਸੀਂ ਆਪਣਾ ਸਭ ਕੁਝ ਗਵਾਇਆ, ਉਹਦੇ ਵਿੱਚ ਬੈਠ ਕੇ ਸਾਰਾ ਕੁਝ ਆਪਣਾ ਖਪਾਇਆ ਜੋ 50 ਸਾਲਾਂ ਦੀ, ਉਹ ਜਦੋਂ ਤੁਹਾਨੂੰ ਇਸ ਨਜ਼ਰ ਨਾਲ ਦੇਖੇ, ਜਿਵੇਂ ਤਾਂ ਇੱਕ ਉਹ ਕਹਿੰਦੇ ਨਾ, ਕਹਿੰਦਾ ਨਾ ਹਵਾओं ने बख्शा ਨਾ ਡਾਲੋं ने थामा, ये पत्ता आवारा ना बनता तो क्या बनता। ਜਦੋਂ ਇਸ ਕਿਸਮ ਦੇ ਹਾਲਾਤ ਬਣ, ਉਹਦੇ ਬਾਅਦ ਤੁਸੀਂ ਮਤਲਬ ਉੱਥੇ ਇਕੱਲਾ ਮਹਿਸੂਸ ਕੀਤਾ ਉਸ ਸਮੇਂ? ਇਕੱਲਾ ਨਹੀਂ ਮਹਿਸੂਸ ਕੀਤਾ ਮੈਂ, ਇਕੱਲਾ ਉਦੋਂ ਮਹਿਸੂਸ ਕੀਤਾ ਜਦੋਂ ਮੈਂ ਸਪਟੈਂਬਰ ਦੇ ਅੰਦਰ ਮੇਰੇ ਕਾਂਗਰਸ ਦੇ ਉਹਨਾਂ ਸਾਥੀਆਂ ਨੇ, ਕੁਲੀਗਸ ਨੇ, ਜਦੋਂ ਮੈਂ ਕੁਲੀਗਸ ਦੀ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੇਰੇ ਬਹੁਤ ਹੀ ਅੱਛੇ ਸੁਖਾਵੇਂ ਸੰਬੰਧ ਅੱਜ ਵੀ ਹੈ ਮੇਰੇ ਸਾਰੇ ਉਹਨਾਂ ਸਾਥੀਆਂ ਨਾਲ। ਵਾਪਸ ਜਾਣ ਦਾ ਰਸਤਾ ਰੱਖਿਆ ਹੋਇਆ ਹੈ? ਨਹੀਂ ਸਭ ਵਾਪਸ ਉਹਨਾਂ ਲੋਕਾਂ 'ਚ ਕਿਹੜੀ, ਮੈਂ ਜਾਣਦਾ ਸਭ, ਮੈਂ ਸਾਰਿਆਂ ਨੂੰ, ਇਹ ਬਾਜੂ ਮੇਰੇ ਅਜਮਾਏ ਹੋਏ ਹੈ ਨਾ, ਮੈਂ ਸਭ ਇਹਨਾਂ ਦੇ, ਮੈਂ ਕੌਣ ਕਿੰਨੇ ਪਾਣੀ 'ਚ, ਮੈਂ ਇੱਕ ਬੰਦੇ ਨੂੰ ਜਾਣਦਾ ਕਿਹਦੇ ਪੱਲੇ ਕੀ ਹੈ, ਇਹ ਮੇਰਾ ਕੀ ਕਰ ਦੇਣਗੇ ਸਭ, ਇਹ ਮੈਨੂੰ ਕੀ ਵਾਪਸ ਲਿਆਣਗੇ, ਨਾ ਮੈਨੂੰ ਆ ਕੱਢਣਗੇ। ਇਹ ਚਾਲਬਾਜ਼ ਲੋਕ ਹੈ ਕੁਛ ਜਿਹੜੇ ਸੀ, ਇਹਨਾਂ ਦੀ ਚਾਲ ਉੱਤੇ ਬੈਠੇ ਕੁਛ ਜਿਹੜੇ ਚੰਦ ਲੋਕ। ਜਿਵੇਂ ਤੁਸੀਂ ਅਣਖ ਤੇ ਕਾਂਗਰਸ ਦੀ ਗੱਲ ਕੀਤੀ, ਅਣਖ ਤੇ ਕਾਂਗਰਸ ਦੇ ਜੇਕਰ ਰਿਸ਼ਤੇ ਨੂੰ ਦੇਖੀਏ, ਥੋੜਾ ਜਿਹਾ 2-3 ਦਹਾਕੇ ਪਿੱਛੇ ਜਾਈਏ, ਅਣਖ ਤੇ ਕਾਂਗਰਸ ਨੇ ਇੱਕ ਦੂਸਰੇ ਨਾਲ ਬਹੁਤ ਕੁਝ ਕਰਵਾਇਆ। ਮੈਂ ਉਸ ਪਾਸੇ ਤਾਂ ਨਹੀਂ ਜਾਊਂਗਾ, ਪਰ ਤੁਹਾਡੀ ਉਹ ਸਟੇਟਮੈਂਟ ਤੋਂ ਕਾਫੀ ਕੁਝ ਪਤਾ ਲੱਗ ਗਿਆ ਕਿ ਹੁਣ ਸ਼ਾਇਦ ਉਹਨਾਂ ਰਾਹਾਂ ਤੇ ਜਾਣ ਦੀ ਤੁਕ ਬਣਦੀ ਨਹੀਂ। ਮੈਂ ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ, ਕੀ ਜਾਖੜ ਸਾਹਿਬ ਹੁਣ ਇਲੈਕਟਿਡ ਪੋਲਿਟਿਕਸ ਦਾ ਹਿੱਸਾ ਬਣਨਗੇ ਜਾਂ ਨਹੀਂ? ਆਈ ਐਮ ਆਊਟ ਆਫ ਇਲੈਕਟੋਰਲ ਪੋਲਿਟਿਕਸ। ਮੈਂ ਗੱਲ ਉਦੋਂ ਸਪਟੈਂਬਰ ਜਦੋਂ ਕਹੀ ਸੀ, ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਹਿੰਦੂ, ਸੁਨੀਲ ਜਾਖੜ ਉਹਨਾਂ ਨੂੰ ਹਿੰਦੂ ਦਿਸਣ ਲੱਗਿਆ, ਜਿਹੜਾ ਬੰਦਾ 50 ਸਾਲ ਤਾਈਂ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਪੰਜਾਬੀ ਵਾਸਤੇ, ਕਾਂਗਰਸ ਪਾਰਟੀ ਵਾਸਤੇ ਜਦੋਜਹਿਦ ਕਰਦਾ ਰਿਹਾ, ਤੇ ਉਹਨੂੰ ਜਦੋਂ ਸੁਨੀਲ ਜਾਖੜ ਹਿੰਦੂ ਨਜ਼ਰ ਆਉਣ ਲੱਗਿਆ ਸੁਨੀਲ ਦੇ ਅੰਦਰ, ਬਾਕੀ ਸੁਨੀਲ ਦੀ ਸਾਰੀ ਜੋ ਕੁਛ ਵੀ ਹੈ ਇੱਕ ਪਛਾਣ ਜਾਂ ਜੋ ਉਹਦੀ ਪਰਸਨੈਲਿਟੀ ਸੀ ਉਹ ਸਾਰੀ ਇੱਕ ਹਿੰਦੂ ਬਣ ਕੇ ਰਹਿ ਗਈ। ਉਦੋਂ ਉਹਨਾਂ ਲੋਕਾਂ ਤੋਂ ਮੈਂ ਪਾਸੇ ਹੋ ਕੇ, ਕਿਉਂਕਿ ਪਾਰਟੀ ਛੱਡਣ ਦਾ ਉਦੋਂ ਤਾਂ ਕੋਈ ਇਰਾਦਾ ਹੀ ਨਹੀਂ ਸੀ। ਜੇ ਪਾਰਟੀ ਜਾਂ ਕੋਈ ਛੱਡਣ ਦਾ ਗੱਲ ਹੁੰਦੀ ਜਾਂ ਕੋਈ ਕੁਰਸੀ ਦੀ ਗੱਲ ਹੁੰਦੀ ਤਾਂ ਉਦੋਂ ਤਾਂ ਇਲੈਕਸ਼ਨ ਪੱਕਿਆ ਸੀਗਾ ਸਭ, ਦੇਰ ਆਰ ਮੈਨੀ ਆਪਸ਼ਨਸ, ਜਦੋਂ ਜਾ ਸਕਦਾ ਸੀ। ਉਦੋਂ ਮਸਲਾ ਸੀਗਾ ਵੀ ਇਹਨਾਂ ਲੋਕਾਂ ਦੇ ਨਾਲ, ਇਹ ਛੋਟੀ ਸੋਚ ਦੇ ਘਟੀਆ ਲੋਕ ਜਿਨ੍ਹਾਂ ਨੂੰ ਆਪਣਾ ਦੋਸਤ ਸਮਝਿਆ, ਗਲਤੀ ਮੇਰੀ ਸੀ, ਦੋਸਤ ਸਮਝਿਆ, ਭਰਾ ਸਮਝਿਆ, ਜਿਨ੍ਹਾਂ ਵਾਸਤੇ ਸਾਰਾ ਕੁਝ ਸਟੈਂਡ ਲਏ, ਆਪਣੇ ਜੋ ਕੁਝ ਵੀ ਕਰ ਸਕਦੇ ਸੀ ਜਿਸ ਕੈਪੈਸਿਟੀ 'ਚ ਉਹ ਕੀਤਾ। ਉਹ ਲੋਕ ਜਦੋਂ ਮੈਨੂੰ ਇੱਕ ਇਸ ਤਰ੍ਹਾਂ ਇਸ ਨਿਗਾਹ ਨਾਲ ਦੇਖਦੇ ਆ, ਤਿਰਸਕਾਰ ਦੀ ਨਿਗਾਹ ਨਾਲ, ਤੇ ਉਹਨਾਂ ਨਾਲ ਮੈਂ ਰਾਜਨੀਤੀ 'ਚ ਰਹਿ ਕੇ ਵੀ ਕੀ ਕਰੂੰਗਾ। ਉਦੋਂ ਮੈਂ ਕਿਹਾ ਸੀ ਰਾਹੁਲ ਜੀ ਨੂੰ, ਮੈਂ ਕਿਹਾ ਮੈਂ ਇਲੈਕਸ਼ਨ ਨੂੰ ਨਹੀਂ ਲੜਦਾ, ਮੈਂ ਪਾਸੇ ਬੈਠਾ, ਮੈਂ ਨਾ ਕਿਤੇ ਜਾਂਦਾ ਨਾ ਕੋਈ ਗੱਲ, ਮੈਂ ਪਾਰਟੀ 'ਚ ਹਾਂ, ਹਰ ਕਿਸਮ ਦੀ ਤੁਹਾਡੀ ਜੋ ਮੇਰੇ ਤੋਂ ਮਦਦ ਹੋਈ ਕਰੂੰ, ਪਰ ਮੈਂ ਇਲੈਕਸ਼ਨ ਨਹੀਂ, ਮੈਂ ਇਹਨਾਂ ਲੋਕਾਂ ਨਾਲ ਡੀਲ ਨਹੀਂ, ਕੱਲ ਮੇਰੇ ਤੋਂ ਨਹੀਂ ਹੋਣਾ, ਕਿਉਂਕਿ ਵਰਤਣਾ ਤਾਂ ਇਹਨਾਂ ਲੋਕਾਂ ਨਾਲ ਹੀ ਪਊਗਾ, ਕਿਉਂਕਿ ਉਹ ਪਾਰਟੀ ਨੇ ਅੱਗੇ ਕਰ ਰੱਖੇ ਸੀ, ਉਹ ਇਲੈਕਸ਼ਨ ਲੜ ਰਹੇ ਸੀ, ਪਾਰਟੀ ਉਹਨਾਂ ਦੇ ਮੋਢਿਆਂ ਤੇ ਚੱਲਣੀ ਸੀ। ਚਲੋ ਰਾਜਨੀਤੀ ਕਾਫੀ ਕੁਝ ਪਿਆ ਹੁੰਦਾ ਹੈ, ਜੇ ਤੁਸੀਂ ਇਲੈਕਟਡ 'ਚ ਨਹੀਂ ਜਾਂਦੇ ਤਾਂ ਸਿਲੈਕਟਡ 'ਚ ਵੀ ਬਹੁਤ ਕੁਝ ਪਿਆ ਹੁੰਦਾ ਹੈ, ਸਿਲੈਕਸ਼ਨ ਵੀ ਬਹੁਤ ਚੀਜ਼ਾਂ ਦੀ ਹੋ ਜਾਂਦੀ ਹੈ। ਪੰਜਕੋਸੀ ਤੋਂ ਉੱਠਿਆ ਜਾਖੜ ਪਰਿਵਾਰ, ਬਲਰਾਮ ਜਾਖੜ ਹੋਰਾਂ ਨੇ ਬਹੁਤ ਉੱਚੇ ਅਹੁਦੇ ਮਾਣੇ, ਤੁਸੀਂ ਵੀ ਕੀਤੇ, ਪਰ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦੀ ਹੈ ਗੱਲ ਕਿ ਨਹੀਂ, ਮੈਂ ਉਸ ਮੁਕਾਮ ਤੱਕ, ਉਸ ਪੜਾਅ ਤੱਕ ਜਾਣਾ। ਕਿ ਅੱਜ ਤੋਂ ਪਹਿਲਾਂ ਮੈਨੂੰ ਲੱਗਦਾ ਸ਼ਾਇਦ ਤੁਸੀਂ ਕਦੇ ਗੱਲ ਨਾ ਕੀਤੀ ਹੋ, ਉਮੀਦ ਕਰਦਾ ਸ਼ਾਇਦ ਅੱਜ ਗੱਲ ਕਰੋ, ਕੋਈ ਮਨ ਦੇ ਵਿੱਚ ਐਸੀ ਟੀਸ ਹੈ ਵੀ ਮੈਂ ਉੱਥੇ ਜਾਣਾ ਸੀ, ਉੱਥੇ ਜਾ ਨਹੀਂ ਸਕਿਆ, ਜਾਂ ਹਲੇ ਵੀ ਮੈਨੂੰ ਉਮੀਦ ਹੈ ਕਿ ਮੈਂ ਉੱਥੇ ਜਾਊਂਗਾ ਜ਼ਰੂਰ ਉਸ ਪੱਧਰ ਤੇ, ਉਸ ਮੁਕਾਮ ਤੇ? ਤੁਸੀਂ ਸਪਸ਼ਟ ਗੱਲ ਕਰੋ ਸਾਹਿਬ, ਤੁਸੀਂ ਆਪ ਲੀਡਰਾਂ ਵਾਂਗੂ ਮੁੜੇਵੇਂ ਜੀ ਦੇਈ ਜਾਂਦੇ ਹੋ, ਸਪਸ਼ਟ ਗੱਲ ਕਰੋ। ਨਾ ਤਾਂ ਕਦੇ ਝਾਕ ਸੀਗੀ, ਨਾ ਹੀ ਕਿਤੇ ਇਸ ਵਾਸਤੇ। ਇਨਫੈਕਟ ਮੈਂ ਤਾਂ ਧਾਰੀਵਾਲ ਸਾਹਿਬ, ਮੈਂ ਤਾਂ ਰਾਜਨੀਤੀ ਦੇ ਵੀ ਖਿਲਾਫ ਸੀ, ਮੈਂ ਕਦੇ ਵੀ ਰਾਜਨੀਤੀ ਤੋਂ ਪਾਸੇ ਹੋ ਗਿਆ, ਤਾਂ ਹਾਲਾਤ ਬਣਦੇ ਚਲੇ ਗਏ, ਜਿਨ੍ਹਾਂ ਹਾਲਾਤਾਂ 'ਚ ਲੰਬੀ ਕਹਾਣੀ ਹੈ ਵੀ ਕਿਉਂ ਇਲੈਕਸ਼ਨ ਲੜਨਾ ਪਿਆ, ਕਿਹਨਾਂ ਹਾਲਾਤਾਂ 'ਚ ਲੜਨਾ ਪਿਆ, ਤੇ ਅਦਰਵਾਈਜ਼ ਲੜਨ ਦੇ ਬਾਵਜੂਦ ਵੀ, ਐਮਐਲਏ ਬਣਨ ਦੇ ਬਾਵਜੂਦ ਵੀ, ਮੈਂ ਅੱਜ ਵੀ ਔਨ ਰਿਕਾਰਡ ਪਹਿਲਾਂ ਵੀ ਕਿਹਾ, ਅਦਰ ਦੈਨ ਇੱਕ ਤਾਂ ਦੇਖੋ ਫੈਮਿਲੀ ਪਿਛੋਕੜ ਜਿਹੜੀ ਸਾਡੀ ਹੈ, ਚੌ ਸਾਹਿਬ ਦਾ ਨਾਮ, ਉਹਨਾਂ ਦੀ ਲੈਗੇਸੀ,
ਉਹਦੇ ਕਰਕੇ ਅੱਜ ਸੁਨੀਲ ਰਾਜਨੀਤੀ 'ਚ ਆਏ ਨੇ। ਸੁਨੀਲ ਤੋਂ ਤਾਂ ਬਾਹਲੇ ਸਾਰੇ ਸਿਆਣੇ ਬੈਠੇ ਹੈ, ਸਾਰੇ ਜਿਨ੍ਹਾਂ ਦਾ ਅਸਰ ਰਸੂਖ ਜ਼ਿਆਦਾ ਹੈ, ਜਿਹੜੇ ਮੇ ਵੀ ਵੋਟਾਂ ਨੂੰ ਇਨਫਲੂਐਂਸ ਕਰ ਸਕਦੇ ਆ। ਕੋਈ ਨਾ ਕੋਈ ਉਹਨਾਂ ਕੋਲ ਵੋਟ ਬਲੌਕ ਹੈ। ਮੇਰੇ ਕੋਲ ਤਾਂ ਕੋਈ ਵੋਟ ਨਹੀਂ, ਮੇਰੇ ਕੋਲ ਤਾਂ ਕੱਲਾ ਤੇ ਮੇਰੇ ਕੋਲ ਚੌਧਰੀ ਬਲਰਾਮ ਜਾਖੜ ਤੇ ਸਾਡੇ ਪਰਿਵਾਰ ਦੀ ਗੁੱਡਵਿਲ ਹੈ, ਜਿਹੜੀ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਗੁਰੂ ਮਹਾਰਾਜ ਦੀ ਮਿਹਰ ਨਾਲ ਪੂਰੀ ਗੁੱਡਵਿਲ ਬਣਾ ਕੇ ਉਹਨਾਂ ਨੇ ਆਸ਼ੀਰਵਾਦ, ਲੋਕਾਂ ਦਾ ਪਿਆਰ ਹਮੇਸ਼ਾ ਰਿਹਾ, ਗੁਰੂ ਮਹਾਰਾਜ ਦੀ ਮਿਹਰ ਹੈ, ਉਹ ਹੈ। ਪਰ ਰਾਜਨੀਤੀ 'ਚ ਆਉਣ ਦੇ ਬਾਅਦ ਅਗਰ ਰਾਜਨੀਤੀ 'ਚ ਇੰਨੇ ਸਾਲ ਮੈਂ ਕੱਢੇ, 20 ਸਾਲ ਐਕਟਿਵ ਪੋਲੀਟਿਕਸ 'ਚ 2002 ਤੋਂ ਲੈ ਕੇ ਹੁਣ 2023 ਦੇ ਵਿੱਚ ਬੈਠੇ ਹਾਂ ਜੀ, ਉਹਦੇ ਵਿੱਚ ਅਦਰ ਦੈਨ ਦੈਟ ਫੈਮਿਲੀ ਬੈਕਗਰਾਉਂਡ ਜਿਹੜੀ ਮੈਂ ਗੱਲ ਕਰ ਰਿਹਾ ਸੀ, 3 ਬੰਦਿਆਂ ਦਾ ਬਹੁਤ ਵੱਡਾ ਰੋਲ ਹੈ ਸਭ। ਨਹੀਂ ਰਾਜਨੀਤੀ ਅੱਜ ਤੋਂ ਪਹਿਲਾਂ ਛੱਡ ਜਾਂਦੇ, ਤੁਸੀਂ ਤਾਂ ਅਹੁਦਿਆਂ ਦੀ ਗੱਲ ਕਰਦੇ ਹੋ ਵੀ ਸੁਨੀਲ ਪਤਾ ਨਹੀਂ ਸੀਐਮ ਦੇ ਬਣਨ 'ਚ ਝਾਕ ਸੀ। ਮੈਂ ਤਾਂ ਇਸ ਰਾਜਨੀਤੀ ਦੇ ਨੇੜੇ ਦੀ ਨਿਕਲਣਾ ਨਹੀਂ ਚਾਹੁੰਦਾ। ਮੈਂ ਜਿਹੜੀ ਗੱਲ ਹੈ ਵੀ ਮੈਂ ਰਾਜਨੀਤੀ 'ਚ ਰਿਹਾ, ਉਸ 'ਚ ਸਭ ਤੋਂ ਵੱਡਾ ਯੋਗਦਾਨ, ਕਿਉਂਕਿ ਜਦੋਂ ਮੈਂ MLA ਬਣਿਆ, ਕੈਪਟਨ ਅਮਰਿੰਦਰ ਸਿੰਘ ਜੀ ਚੀਫ ਮਿਨਿਸਟਰ ਬਣੇ, ਬਿਲਕੁਲ ਮੇਰੇ ਉਹਨਾਂ ਨਾਲ 5-6 ਮਹੀਨੇ, ਕਿਉਂਕਿ ਉਹਨਾਂ ਹਾਲਾਤਾਂ 'ਚ ਪਰਿਵਾਰਕ ਸਾਡੇ ਤੇ ਕੋਈ ਇੰਨਾ ਕੋਈ ਲੰਬਾ ਚੌੜਾ ਸਹਿਚਾਰ ਹੈ ਨਹੀਂ ਸੀ, ਪਰ 5-6 ਮਹੀਨੇ ਦੇ ਬਾਅਦ ਸਮਾਂ ਉਹਨਾਂ ਦਾ ਮੇਰੇ ਕਨੀ ਆਫਟਰ ਦੈਟ ਈਅਰਸ ਕੈਪਟਨ ਸਾਹਿਬ ਦਾ ਮੇਰੇ ਕਨੀ ਹਮੇਸ਼ਾ ਬੜਾ ਲਗਾਵ ਰਿਹਾ। ਦੂਜੇ 2007 ਦੇ ਬਾਅਦ ਜਦੋਂ ਆਪੋਜੀਸ਼ਨ ਦੇ ਆ ਕੇ ਜਦੋਂ ਕਹਿੰਦੇ ਨੇ ਪੋਲੀਟੀਸ਼ੀਅਨ ਰਗੜੇ ਲੱਗ ਕੇ ਨਿਕਲਦਾ ਦੇਸ਼ ਚੋਂ, ਉਦੋਂ ਬਾਦਲ ਸਾਹਿਬ ਚਾਹੇ ਉਹ ਆਪੋਜੀਸ਼ਨ ਧਿਰਚੇ ਬੈਠੇ ਸੀਗੇ, ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਉਹਨਾਂ ਦਾ ਵੀ ਚਾਹੇ ਅਸੀਂ ਆਪੋਜੀਸ਼ਨ 'ਚ ਸੀਗੇ, ਸਾਡੇ ਰਾਜਨੀਤਿਕ ਹਮੇਸ਼ਾ ਉੱਥੇ ਬਹੁਤ ਤਿੱਖੀਆਂ ਤਕਰਾਰਾਂ ਵੀ ਹੋਈਆਂ, ਸਾਰਾ ਆਪਸ 'ਚ ਜੋ ਕੁਛ ਵੀ ਰਾਜਨੀਤੀ 'ਚ ਚੱਲਦਾ ਹੈ, ਪਰ ਉਹਨਾਂ ਦਾ ਹਮੇਸ਼ਾ ਮੇਰੇ ਕਨੀ ਬਹੁਤ ਹੀ ਵੱਡਾ ਆਸ਼ੀਰਵਾਦ, ਇੱਕ ਬਜ਼ੁਰਗ ਦੇ ਨਾਤੇ ਇੱਕ ਉਹਨਾਂ ਦਾ ਲਗਾਵ ਮੇਰੇ ਕਨੀ ਹਮੇਸ਼ਾ ਰਿਹਾ। ਆਈ ਐਮ ਗ੍ਰੇਟਫੁਲ ਫॉर दैट। ਤੇ ਤੀਜਾ ਜਿਹੜਾ ਵਿਅਕਤੀ ਜਿਹਦੇ ਕਾਰਨ ਇੰਨੇ ਦਿਨ ਮੈਂ ਰਾਜਨੀਤੀ 'ਚ ਨਿਕਲ ਗਿਆ ਨਹੀਂ ਹੈ, ਜਿਹੜੇ ਮਾੜੇ ਲੋਕਾਂ ਦੀਆਂ, ਜਿਹੜੇ ਜਿਨ੍ਹਾਂ ਦੀ ਮੈਂ ਗੱਲਾਂ ਕਰਦਾ ਜਿਹਨਾਂ ਨੂੰ ਮੈਂ ਉਹ ਆਸਤੀਨ ਦੇ ਸਾਂਭ ਵਾਲੇ ਟਾਈਪ ਲੋਕ ਸੀਗੇ, ਉਹਦਾ ਅੰਦਰ ਰਹਿਣ ਦਾ ਕਾਰਨ ਰਾਹੁਲ ਗਾਂਧੀ। ਇਹ 3 ਸ਼ਖਸੀਅਤਾਂ ਸੀ ਜਿਨ੍ਹਾਂ ਕਰਕੇ ਹੁਣ ਤਾਈਂ ਰਾਜਨੀਤੀ 'ਚ ਬਣਿਆ ਰਿਹਾ। ਤੇ ਹੁਣ ਜਿਹੜਾ ਰਾਜਨੀਤੀ 'ਚ ਬਣਿਆ ਰਿਹਾ, ਮੈਨੂੰ ਯਾਦ ਹੈ ਐਮਰਜੈਂਸੀ ਦੇ ਬਾਅਦ ਜਦੋਂ 97 ਵਾਲਾ ਇਲੈਕਸ਼ਨ ਹੋਏ ਹੈ, ਉਦੋਂ ਗਿਆਨੀ ਜ਼ੈਲ ਸਿੰਘ ਜੀ ਦਾ ਇਲੈਕਸ਼ਨ ਕਾਊਂਟਰਮਾਂਡ ਹੋ ਗਿਆ ਸੀਗਾ ਇੱਥੇ। ਉਹਨਾਂ ਨੂੰ ਉਸ ਟਾਈਮ ਇਲੈਕਸ਼ਨ ਨਹੀਂ ਹੋਇਆ, ਤੇ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਉਦੋਂ ਲੀਡਰ ਆਫ ਆਪੋਜੀਸ਼ਨ ਬਣੇ। ਤੇ ਗਿਆਨੀ ਜੀ ਉਹ ਰਾਏ ਉੱਥੇ ਭਾਸ਼ਣ ਦੇ ਰਹੇ ਸੀਗੇ ਸਾਡੇ ਰਾਣੀ ਝਾਂਸੀ ਮਾਰਕੀਟ ਦੇ ਅੰਦਰ। ਮੈਨੂੰ ਇੱਕ ਗੱਲ ਅੱਜ ਵੀ ਯਾਦ, ਉਸ ਗੱਲ ਨੂੰ ਦੇਖ ਲਓ ਅੱਜ ਕਿੰਨੇ ਸਾਲ ਹੋ ਗਏ ਆ, 2077 ਦੀ ਗੱਲ ਹੈ। ਕਹਿੰਦੇ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਉਹ ਰਾਲਿਓ ਦੱਸਾਂ, ਕਹਿੰਦਾ ਜਦੋਂ ਤਾਕਤ 'ਚ ਹੁੰਦੇ ਆ ਨਾ, ਉਦੋਂ ਕਹਿੰਦਾ ਯਾਰ ਬੇਲੀ ਨਹੀਂ ਛੱਡਣ ਦਿੰਦੇ ਰਾਜਨੀਤੀ, ਕਿਉਂਕਿ ਕਹਿੰਦਾ ਜੀ ਠਾਠ ਹੀ ਬਹੁਤ ਹੈ, ਤਾਂ ਰਾਜਨੀਤੀ ਚੀਜ਼ ਹੀ ਬੜੀ ਹੈ, ਦੇਖਿਓ ਕਿਤੇ ਰਾਜਨੀਤੀ ਛੱਡਣ ਦੀ ਗੱਲ ਨਾ ਕਰਿਓ। ਤੇ ਜਦੋਂ ਰਾਜਨੀਤੀ 'ਚੋਂ ਬਾਹਰ ਹੋ ਜਾਂਦੇ, ਹਾਰ ਜਾਂਦੇ ਆ, ਜਦੋਂ ਤਾਕਤ 'ਚ ਨਹੀਂ ਰਹਿੰਦੇ, ਉਦੋਂ ਕਹਿੰਦਾ ਸਰੀਕੇ ਵਾਲੇ ਤੇ ਦੁਸ਼ਮਣ ਨਹੀਂ ਛੱਡਣ ਦਿੰਦੇ, ਵਿਰੋਧੀ ਨਹੀਂ ਛੱਡਣ ਦਿੰਦੇ। ਹੁਣ ਜਿਹੜਾ 2022 ਦੇ ਬਾਅਦ ਅਸਤੀਫਾ ਦੇਣ ਦੇ ਬਾਅਦ ਇਹਨਾਂ ਦੀ ਰੜਕ 'ਚ ਆਇਆ ਸਾਹਿਬ ਮੈਂ, ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਇੱਕ ਜ਼ਹਿਰ ਬੀਜਣ ਦੀ ਕੋਸ਼ਿਸ਼ ਕੀਤੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਅੰਦਰ, ਇੱਥੇ ਗੱਲ ਕਰਕੇ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦਾ, ਪੰਜਾਬੀਅਤ ਦਾ ਘਾਣ ਕੀਤਾ। ਚਾਹੇ ਸਿਰਾਂ ਤੇ ਦਸਤਾਰ ਪਾਈ ਫਿਰਦੇ ਹੈ, ਪਰ ਅੰਦਰੋਂ ਮੈਂ ਸਮਝਦਾ ਸਿੱਖ ਹੋਣ ਦੇ ਲਾਇਕ ਹੀ ਨਹੀਂ ਜਿਨ੍ਹਾਂ ਨੇ ਇਹ ਗੱਲਾਂ ਆਖੀਆਂ। ਉਹ ਜਿਹੜੇ 3-4 ਬੰਦੇ ਮੇਰੀ ਨਿਗਾਹ 'ਚ ਹੈ, ਤੇ ਮੈਂ ਕੋਈ ਐਵੇਂ ਕੋਈ ਲੰਬਾ ਚੌੜੇ ਫਰੜੇ ਨਹੀਂ ਮਾਰਦਾ ਵੀ ਮੈਂ ਕਿਸੇ ਇਸ ਸੋਚ ਨਾਲ, ਬਿਲਕੁਲ ਮੇਰੀ ਕੋਸ਼ਿਸ਼ ਰਹੂਗੀ। ਕਹਿੰਦੇ ਸੁਨੀਲ ਜਾਖੜ ਨੇ ਕਾਂਗਰਸ ਦੀ ਪਿੱਠੇ ਛੁਰਾ ਮਾਰਿਆ। ਚਲੋ ਮੈਂ ਉਹਨਾਂ ਲੋਕਾਂ ਦੀ, ਦੇਖੋ ਸਾਹਿਬ ਮੇਰੀ ਧਾਰੀਵਾਲ ਸਾਹਿਬ ਬੜੀ ਕਮਜ਼ੋਰੀ ਹੈ, ਮੈਂ ਇਹਨਾਂ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਮੈਂ ਜਦੋਂ ਮੈਂ ਕਹਿੰਦਾ ਵੀ ਇਹ ਜਾ ਕੇ ਪੈਰੀਂ ਡਿੱਗਦੇ ਹੈ, ਉਹ ਤਾਂ ਚਲੋ ਹੁਣ ਭਗਵੰਤ ਮਾਨ ਜੀ ਤਾਂ ਚੀਫ ਮਿਨਿਸਟਰ ਹੈ, ਰਾਹੁਲ ਜੀ ਦੇ ਜਾ ਕੇ ਉੱਥੇ ਜਾ ਕੇ ਸੋਨੀਆ ਮੈਡਮ ਦੇ ਉੱਥੇ ਜਾ ਕੇ ਡਿੱਗਦੇ ਹੈ, ਉਹ ਕਾਂਗਰਸ ਦੇ ਪ੍ਰਧਾਨ ਸੀ ਉਸ ਟਾਈਮ, ਕਾਂਗਰਸ ਚੋਂ ਕੱਢਣ ਕਤਨ ਨੂੰ। ਇਹ ਲੋਕ, ਮੈਂ ਤਾਂ ਕੁਛ ਵੀ ਨਹੀਂ ਸਾਹਿਬ, ਮੈਂ ਤਾਂ ਚੱਕ ਕੇ ਬਿਠਾਏ ਇਹਨਾਂ ਨੂੰ, ਵਾਪਸ ਬੈਠੋ ਸੋਫੇ ਤੇ, ਕਰੀ ਕੀ ਜਾਂਦੇ ਹੋ ਤੁਸੀਂ, ਕੁਝ ਤਾਂ ਇਲਾਜ ਕਰੋ, ਮੈਂ ਤੁਹਾਨੂੰ ਬਰਾਬਰ ਦਾ ਕੁਲੀਗ ਸਮਝਦਾ, ਤੁਸੀਂ ਜਮਾ ਹੀ ਮਤਲਬ। ਮੈਂ ਇਸ ਕਰਕੇ ਇਹ ਲੋਕ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ, ਸਟੇਜਾਂ ਤੇ ਖੜੇ ਬੜਕਾ ਮਾਰਦੇ ਹੈ, ਕਿਉਂਕਿ ਮੈਂ ਤਾਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਧਾਰੀਵਾਲ ਸਾਹਿਬ। ਇਸ ਕਰਕੇ ਇਹ ਇੱਕ ਕਾਰਨ ਹੈ। ਬਾਕੀ ਜਿੱਥੇ ਬੈਠੇ ਆ ਸਾਹਿਬ, ਮੇਰੇ ਵਾਸਤੇ ਜਿਹੜਾ ਤੁਸੀਂ ਕਹਿੰਦੇ ਹੋ ਲਾਲ ਸਾਹਿਬ ਕੀ ਕਰ ਜਾਂਦੇ, ਕਰਕੇ ਜਾਣਾ ਵੀ ਚੌਧਰੀ ਬਲਰਾਮ ਜਾਖੜ ਦਾ ਨਾਮ ਅੱਜ ਵੀ ਲੋਕ ਦੁਨੀਆ 'ਚ ਲੈਂਦੇ ਆ, ਹਿੰਦੁਸਤਾਨ 'ਚ ਤਾਂ ਲੈਂਦੇ ਆ। ਕਿਸਾਨ ਚਾਹੇ ਪੂਨਾ ਬੈਠਾ ਹੈ, ਚਾਹੇ ਨਾਸਿਕ ਬੈਠਾ ਹੈ, ਚਾਹੇ ਤਾਮਿਲਨਾਡੂ ਬੈਠਾ ਹੈ, ਚਾਹੇ ਕੇਰਲਾ 'ਚ ਬੈਠਾ ਹੈ, ਕਾਜੂਗਾਈ ਉਹਦਾ, ਉਹ ਵੀ ਚੌਧਰੀ ਬਲਰਾਮ ਜਾਖੜ ਦਾ ਨਾਮ ਲੈਂਦਾ। ਮੇਰੀ ਤਾਂ ਕੋਸ਼ਿਸ਼ ਇੰਨੀ ਹੈ ਵੀ ਚਾਹੇ ਅੱਜ BJP 'ਚ ਬੈਠੇ ਆ, ਚਾਹੇ ਰਾਜਨੀਤੀ 'ਚ ਕਾਂਗਰਸ 'ਚ ਸੀਗੇ,
ਕਿਤੇ ਨਾ ਕਿਤੇ ਪੰਜਾਬ ਦਾ, ਕਿਸਾਨਾਂ ਦਾ ਕੁਛ ਨਾ ਕੁਛ ਸੁਸਾਇਟੀ ਵਾਸਤੇ, ਕੋਈ ਨੌਜਵਾਨਾਂ ਵਾਸਤੇ ਕੁਛ ਕਰ ਜਾਈਏ, ਕੁਛ ਐਡ ਨਾ ਕਰ ਸਕੀਏ, ਤੇ ਚੌਧਰੀ ਬਲਰਾਮ ਜਾਖੜ ਦੀ ਲੈਗੇਸੀ ਦੇ ਉੱਤੇ ਕੋਈ ਨਾ ਕੋਈ ਆਂਚ ਨਾ ਆ ਜੇ, ਉਹਨੂੰ ਮਜ਼ਬੂਤ ਬਣਾ ਕੇ ਰੱਖੀ। ਮੇਰੀ ਜਾਖੜ ਸਾਹਿਬ, ਤੁਹਾਨੂੰ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਹੋਊਗਾ, ਹੋ ਸਕਦਾ ਕਿ ਇਨਕਾਰੀ ਹੋਣਾ, ਮੁਨਕਰ ਹੋਣਾ ਤੁਹਾਡੀ ਕੋਈ ਮਜਬੂਰੀ ਬਣ ਜਾਵੇ। ਬੀਜੇਪੀ ਨੂੰ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਪ੍ਰਵਾਨ ਨਹੀਂ ਕੀਤਾ ਗਿਆ ਜਿਵੇਂ ਬਾਕੀ ਧਿਰਾਂ ਨੂੰ, ਪਾਰਟੀਆਂ ਨੂੰ ਕੀਤਾ ਗਿਆ। ਚਾਹੇ 84 ਤੋਂ ਲੈ ਕੇ 93 ਤੱਕ ਪੰਜਾਬ ਦੇ ਵਿੱਚ ਜੋ ਵੀ ਮਾਹੌਲ ਰਿਹਾ, ਉਸ ਤੋਂ ਬਾਅਦ ਵੀ ਕਾਂਗਰਸ ਦੀਆਂ ਸਰਕਾਰਾਂ ਬਣੀਆਂ, 2 ਵਾਰ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰੂਪ ਦੇ ਵਿੱਚ ਬਣ ਚੁੱਕੀ ਆ, ਪਰ ਬੀਜੇਪੀ ਲੋਕਾਂ ਦੀ ਨਾ ਢਾਕ ਤੇ ਨਾ ਦਿਮਾਗ ਤੇ ਕਿਤੇ ਵੀ ਨਹੀਂ ਚੜੀ। ਲੋਕ ਇਹ ਇੰਟਰਵਿਊ ਸੁਣਨ ਤੋਂ ਬਾਅਦ ਉਹਨਾਂ ਦੇ ਜ਼ਿਹਨ 'ਚ ਇਹ ਸਵਾਲ ਜ਼ਰੂਰ ਆਊਗਾ, ਜਦੋਂ ਆਪਾਂ ਚੋਣ ਹੀ ਨਹੀਂ ਸੀ ਲੜਨੀ, ਜਦੋਂ ਐਕਟਿਵ ਪੋਲਿਟਿਕਸ ਤੋਂ ਆਪਾਂ ਕਿਨਾਰਾ ਕਰ ਲਿਆ, ਫਿਰ ਬੀਜੇਪੀ ਦੇ ਵਿੱਚ ਜਾਖੜ ਹੋਰਾਂ ਨੇ ਕਿਉਂ ਜਾਣਾ ਸੀ? ਮੈਂ ਤੁਹਾਨੂੰ ਦੱਸੀ ਤਾਂ ਸਭਾ ਗੱਲ ਵੀ, ਮੈਂ ਤੁਹਾਨੂੰ ਦੱਸਿਆ ਦਿਸ ਵਾਜ਼ ਨਹੀਂ, ਮੈਂ ਤਾਂ ਬੀਜੇਪੀ ਦੇ ਕਰੈਕਟਰ ਨੂੰ ਲੈ ਕੇ ਗੱਲ, ਬੀਜੇਪੀ ਦੇ ਕਰੈਕਟਰ ਨੂੰ ਸਭ ਦੂਜੇ ਸਾਹਮਣੇ। ਤੁਹਾਡੇ ਆਪਸ਼ਨ ਕੀ ਸੀਗੀ? ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆਪਸ਼ਨ ਤਾਂ ਉਹ ਵੀ ਖੁੱਲੀ ਸੀ ਜੀ, ਉਹ ਆਪਸ਼ਨ ਤਾਂ ਸੈਪਟੈਂਬਰ 'ਚ ਵੀ ਖੁੱਲੀ ਸੀ। ਉਦੋਂ ਤਾਂ ਕਿਸੇ ਲੀਡਰ ਨੂੰ ਪਾਲ ਰਹੇ ਸੀ, ਕੋਈ ਚਿਹਰਾ ਪਾਲ ਰਹੇ ਸੀਗੇ। ਅਗਰ ਕੁਰਸੀ ਦੀ ਝਾਕ ਹੁੰਦੀ ਤਾਂ ਉਦੋਂ ਤਾਂ ਸਾਰੇ ਆਪਸ਼ਨ ਸੀ, ਇਹ ਵੀ ਪਾਲ ਰਹੇ ਸੀਗੇ। ਅਗਰ ਉਸ ਟਾਈਮ ਬੀਜੇਪੀ ਵੀ ਕੋਲ ਕੋਈ ਗੱਲਬਾਤ ਤੁਰੀ ਸੀ ਆਮ ਆਦਮੀ ਪਾਰਟੀ, ਇਹਨਾਂ ਗੱਲਾਂ ਨੂੰ ਹੁਣ ਪੁਰਾਣੀਆਂ ਗੱਲਾਂ ਤੇ ਮੈਂ ਮੇਰੇ ਕੋਲ ਕਿਹੜਾ ਪ੍ਰੂਫ ਪਿਆ ਜਿਹੜੀ ਗੱਲ ਤਾਂ ਮੈਂ ਤੁਹਾਡੇ ਕੋਲ ਕਰਾਂ? ਇਹਨਾਂ ਗੱਲਾਂ 'ਚ ਕੋਈ ਸਾਰ ਨਹੀਂ। ਸਭ ਕੀ ਨੇ ਕਿਹਾ ਸੀ ਨਹੀਂ, ਜਿਨ੍ਹਾਂ ਨੇ ਕੀਤਾ ਹੋਣਾ ਸਾਰਿਆਂ ਨੂੰ ਪਤਾ ਹੈ, ਸਭ ਨੂੰ ਪਤਾ ਹੈ ਵੀ ਸੁਨੀਲ ਕੀ ਕਹਿ ਰਿਹਾ। ਕੋਈ ਉਸ ਗੱਲ ਨੂੰ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਮੈਂ ਕਹਿਣਾ ਚਾਹੁੰਦਾ ਵੀ ਜੇ ਆਹ ਝਾਕ ਹੁੰਦੀ ਵੀ ਕੁਝ ਕਰਨਾ ਹੈ, ਵੀ ਪੋਜੀਸ਼ਨ ਨੂੰ ਲੈ ਕੇ ਕਰਨਾ ਹੈ। ਅੱਜ ਜਦੋਂ ਆਏ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਬੀਜੇਪੀ ਨੂੰ ਨਹੀਂ ਸਵੀਕਾਰ ਕੀਤਾ, ਇਹਦੇ ਵਿੱਚ ਬਿਲਕੁਲ ਲੈਟਸ ਬੀ ਓਨੈਸਟ, ਜਦ ਤਾਈਂ ਤੁਸੀਂ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜ ਜਾਣੀ। ਸਭ ਕਬੂਤਰ ਅੱਖਾਂ ਮੀਚ ਲਓ, ਮੈਂ ਤੁਹਾਨੂੰ ਕਹਿੰਦਾ ਨਹੀਂ ਜੀ ਸਭ ਅੱਛਾ ਨਹੀਂ, ਸਭ ਅੱਛਾ ਨਹੀਂ ਹੈ। ਸਭ ਇੱਕ ਭਾਵਨਾ, ਇੱਕ ਭ੍ਰਾਂਤੀਆਂ ਫੈਲਾਈ ਗਈਆਂ ਪੰਜਾਬ ਦੇ ਅੰਦਰ ਵੀ ਬੀਜੇਪੀ ਸਿੱਖ ਵਿਰੋਧੀ ਹੈ। ਪਰ ਜਦੋਂ ਪਿੰਡ ਦੇ ਸੱਥ 'ਚ ਜਾ ਕੇ ਬੈਠ ਕੇ ਗੱਲ ਕਰਦੇ ਹੋ ਵੀ ਆ ਕਰਤਾਰਪੁਰ ਲਾਂਘਾ ਖੋਲ੍ਹਿਆ ਕਿਹਨੇ ਹੈ, ਜੇ ਬੀਜੇਪੀ ਪੰਜਾਬੀਆਂ ਦੇ ਖਿਲਾਫ ਹੋਵੇ, ਸਿੱਖਾਂ ਦੇ ਖਿਲਾਫ ਹੋਏ, ਤਾਂ ਲਾਂਘਾ ਤਾਂ ਸਰਦਾਰ ਮਨਮੋਹਨ ਸਿੰਘ ਤੋਂ ਵੱਡੀ ਪੋਜੀਸ਼ਨ 'ਚ ਮੈਂ ਉਹਨਾਂ ਨੂੰ ਮੈਂ ਕਹਿ ਦਿੰਦਾ ਵੀ ਸਿੱਖ ਹੈ। ਮੈਂ ਸਮਝਦਾ ਉਹੀ ਹੋਊਗਾ ਜੋ ਮੈਨੂੰ ਕਿਸੇ ਨੇ ਕਿਹਾ ਵੀ ਸੁਨੀਲ ਹਿੰਦੂ ਹੈ। ਡਾਕਟਰ ਮਨਮੋਹਨ ਸਿੰਘ ਇੱਕ ਸ਼ਖਸੀਅਤ ਸੀ ਜੀ, ਇੰਟਰਨੈਸ਼ਨਲ ਪਰਸਨੈਲਿਟੀ ਹੈ। ਤੁਸੀਂ ਉਹ ਬੰਦੇ ਨੂੰ ਇੱਕ ਧਰਮ ਦੇ ਚਿਹਰੇ ਨਾਲ ਦੇਖਣ ਲੱਗ ਜਾਓ ਵੀ ਧਾਰਮਿਕ, ਉਹ ਕੋਈ ਸਿੱਖ ਕਰਕੇ ਪਛਾਣ ਤਾਂ ਨਹੀਂ ਸੀ ਉਹਨਾਂ ਦੀ। ਹੀ ਵਾਜ਼ ਅ ਸਿੱਖ, ਬਟ ਲੋਕਾਂ ਨੇ ਉਹਨਾਂ ਨੂੰ ਦੇਖਿਆ ਇੱਕ ਅਰਥ ਸ਼ਾਸਤਰੀ ਦੇ ਤੌਰ ਤੇ, ਇੱਕ ਦੇਸ਼ ਵਾਸਤੇ ਉਹਨਾਂ ਨੇ ਕੀ ਅਰਥਚਾਰੇ ਵਾਸਤੇ ਜੋ ਕੁਛ ਕੀਤਾ, ਉਸ ਨਿਗਾਹ ਨਾਲ ਉਹਨਾਂ ਨੂੰ ਦੇਖ ਕੇ ਕੀਤਾ। ਬਟ ਬਤੌਰ ਸਿੱਖ ਉਹਨਾਂ ਦੇ ਦਿਲ 'ਚ ਨਹੀਂ ਸੀ ਵੀ ਕਰਤਾਰਪੁਰ ਲਾਂਘਾ ਖੋਲ੍ਹ ਦਈਏ। ਨਹੀਂ ਖੋਲ੍ਹ ਸਕੇ ਕਿਉਂਕਿ ਪਾਰਟੀ ਦੀ ਸਪੋਰਟ ਨਹੀਂ ਹੋਣੀ ਜਾਂ ਕੋਈ ਹੋਰ ਮਜਬੂਰੀਆਂ ਰਹੀਆਂ ਹੋਣੀਆਂ। ਮੇ ਬੀ ਇਟ ਰਿਕੁਆਇਰਸ ਅ ਸਟਰੋਂਗ ਵਿਲ ਪਾਵਰ, ਜੋ ਉਹ ਨਹੀਂ ਉਸ ਸਕੀ ਨੇ ਕੀਤਾ। ਬੀਜੇਪੀ ਨਰਿੰਦਰ ਮੋਦੀ ਜੀ ਨੇ ਕੀਤਾ। ਇਸ 'ਚ ਤਾਂ ਕੋਈ ਨਹੀਂ ਕੋਈ ਚੁਟਲਾ ਸਕਦਾ ਸਰ। ਨਹੀਂ, ਇਹ ਵੀ ਲਾਲ ਕਿਲ੍ਹਾ ਇੱਥੇ ਸੀ। ਨਵਜੋਤ ਸਿੱਧੂ ਤੇ ਇਮਰਾਨ ਖਾਨ ਦੇ ਪੁਰਾਣੇ ਰਿਸ਼ਤੇ ਵੀ ਕਹਿੰਦੇ ਇਸ ਕੜੀ ਦੇ ਵਿੱਚ ਕੰਮ ਆਏ। ਸਾਰੀਆਂ ਹੀ ਕੜੀਆਂ ਜੁੜੀਆਂ ਜੀ, ਪਰ ਨਾ ਤਾਂ ਇਕੱਲਾ ਇਮਰਾਨ ਖਾਨ ਹੋਰੀ ਕਰ ਸਕਦੇ ਸੀਗੇ, ਨਾ ਹੀ ਨਵਜੋਤ ਸਿੰਘ ਸਿੱਧੂ ਕਰ ਸਕਦਾ ਸੀਗਾ। ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਪਾਕਿਸਤਾਨ ਜਦ ਤਾਈਂ ਦੋਨੋਂ ਸਹਿਮਤ ਨਹੀਂ ਹੁੰਦੇ, ਚਾਹੇ ਕਿੰਨੇ ਰਿਸ਼ਤੇ ਤਾਂ ਅੱਜ ਤਾਂ ਨਹੀਂ ਖੇਡਣ ਲੱਗੇ ਜੀ। ਰਿਸ਼ਤੇ ਤਾਂ ਪਹਿਲਾਂ ਉਹਨਾਂ ਦੇ ਟਾਈਮ ਤੇ ਨਵਾਬ ਪਟੌਦੀ ਵੀ ਬੈਠੇ ਸੀ, ਉਹਨਾਂ ਦੇ ਉਹਦੇ ਨਾਲ ਇਹਦੇ ਨਾਲ ਇਸ ਤੋਂ ਜ਼ਿਆਦਾ ਨਜ਼ਦੀਕ ਨੇੜੇ ਹੋਣੇ ਰਿਸ਼ਤਿਆਂ ਨਾਲ। ਠੀਕ ਹੈ ਜੀ, ਉਹ ਪਰਸਨਲ ਟਾਇਰ 2 ਜਿਹਨੂੰ ਕਹਿੰਦੇ ਟਾਇਰ 2 ਜਿਹੜੀ ਡਿਪਲੋਮੈਸੀ, ਉਹ ਤਾਂ ਆਪਣੀ ਤਾਂ ਚੱਲਦੀ ਹੈ। ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦੇ ਰਿਸ਼ਤੇ, ਉਹਨਾਂ ਦੇ ਡਿਪਲੋਮੈਟਸ ਦੇ, ਪੋਲੀਟੀਸ਼ੀਅਨਸ ਦੇ ਸਾਰੇ ਬੈਠੇ ਆ। ਬਟ ਇਵੈਂਚੁਅਲ ਡਿਸੀਜਨ ਜਿੱਥੇ ਦਸਖਤ ਹੋਣੇ ਸੀ ਵੀ ਅਸੀਂ ਆ ਖੋਲਦੇ ਹਾਂ, ਉਹ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਹੋਏ ਸਨ। ਲਾਲ ਕਿਲ੍ਹਾ ਤਾਂ ਇੱਥੇ ਸੀਗਾ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਹੋਈ ਹੈ, ਸਾਰੀ ਦੁਨੀਆ ਬੱਚੇ ਨੂੰ ਪਤਾ ਹੈ। ਕਿਹਨੇ ਜਾ ਕੇ ਉੱਥੇ, ਜੇ ਇੰਨੇ ਹੀ ਕੱਟਰਵਾਦੀ ਜਿਹੜੇ ਤੁਸੀਂ ਵਰਡ ਇਸਤੇਮਾਲ ਕੀਤਾ ਥੋੜੀ ਦੇਰ ਪਹਿਲਾਂ, ਤੁਸੀਂ ਕੱਟਰ ਹੁੰਦੇ ਤਾਂ ਉੱਥੇ ਕਿਸੇ ਹੋਰ ਧਰਮ ਦਾ ਨਹੀਂ ਹੋਣਾ ਚਾਹੀਦਾ ਸੀ। ਪਾਠ ਖੁਲਾਇਆ ਹੁੰਦਾ ਉੱਥੇ। ਕਿਹਦਾ ਹੋਇਆ? ਪ੍ਰਕਾਸ਼ ਪੁਰਬ ਕਿਹਦਾ ਮਨਾਇਆ ਗਿਆ? ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਗਿਆ ਸਭ। ਹੁਣ ਮੈਂ ਨਾ ਮੰਨੂ ਵਾਲਾ ਐਟੀਟਿਊਡ ਹੈ, ਉਹ ਹੈ ਨਹੀਂ ਪੰਜਾਬੀਆਂ 'ਚ। ਜਦੋਂ ਪਿੰਡ ਦੇ ਸੱਥ 'ਚ ਜਾ ਕੇ ਬੈਠ ਕੇ ਗੱਲ ਕਰਦੇ ਹੋ, ਜਵਾਬ ਹੈ ਨਹੀਂ ਸਾਹਿਬ ਇਸ ਗੱਲ ਦਾ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਰੈਕਗਨਾਈਜ਼ ਕਰਨਾ, ਬਹੁਤ ਸਾਰੇ ਮੈਂ ਸਮਝਦਾ ਵੀ ਹਿੰਦੁਸਤਾਨ ਦੇ ਵੱਡੇ ਵੱਡੇ ਪਾਰਲੀਮੈਂਟੇਰੀਅਨਸ ਨੂੰ ਨਹੀਂ ਪਤਾ ਹੋਣਾ ਵੀ ਸਾਹਿਬਜ਼ਾਦਿਆਂ ਦੀ ਕੁਰਬਾਨੀ ਕੀ ਸੀ। ਛੱਡੋ ਆਮ ਜਨਤਾ ਦੀ, ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਵੀ ਮੈਂ ਤਾਮਿਲਨਾਡੂ ਜਾਤਾ ਹੂੰ, ਉਹਨਾਂ ਨੇ ਸਪੈਸੀਫਿਕਲੀ ਨਾਮ ਲਿਆ केरला ਦਾ, ਤਾਮਿਲਨਾਡੂ ਦਾ, ਵੀ ਨਹੀਂ ਪਤਾ ਐਸੀ ਸੀ ਕੁਰਬਾਨੀ ਹੈ ਇਸ ਉਮਰ में ਸਾਹਿਬਜ਼ਾਦਿਆਂ ਨੇ ਕੀ ਹੈ। ਨੈਸ਼ਨਲ ਉਹਦਾ ਪਰਵ ਮਨਾਉਣ ਦਾ ਕਾਰਨ ਆਹੀ ਸੀ ਵੀ ਜਦੋਂ ਲੋਕ ਕਹਿਣਗੇ ਵੀ ਅੱਜ ਕਾਹਦਾ ਨੈਸ਼ਨਲ ਡੇ ਮਨਾ ਰਹੇ ਹਾਂ, ਬਾਲ ਦਿਵਸ, ਉਦੋਂ ਆ ਹੋਊਗਾ ਵੀ ਇਹਨਾਂ ਨੇ ਉਸ ਸਮੇਂ ਉਸ ਪੁਰ ਨੇ ਗੁਰੂ ਮਹਾਰਾਜ ਨੂੰ ਸਰਬੰਸਦਾਨੀ ਕਿਉਂ ਕਹਿੰਦੇ ਹੈ। ਇਹ ਗੱਲਾਂ
ਹੋਰ ਕਿਸ ਤਰ੍ਹਾਂ ਪਤਾ ਲੱਗੇ ਸਾਹਿਬ ਵੀ ਤੁਹਾਡੇ ਦਿਲ 'ਚ ਸਿੱਖਾਂ ਪ੍ਰਤੀ ਕੀ ਭਾਵਨਾ ਹੈ? ਕਿਵੇਂ ਇਹਨਾਂ ਗੱਲਾਂ ਦਾ ਕੀ ਸਬੂਤ ਹੈ ਸਾਹਿਬ? ਕਿਹੜਾ ਥਰਮਾਮੀਟਰ ਹੈ? ਤੁਸੀਂ ਇਹਨਾਂ ਦੀ ਗੱਲ ਕੀਤੀ ਵੀ ਕਾਂਗਰਸ ਨੇ 84 ਦੇ ਬਾਅਦ ਵੀ ਪੰਜਾਬੀਆਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ। ਮੇਰਾ ਰਾਜਨੀਤਿਕ ਨਜ਼ਰੀਆ ਤੁਸੀਂ ਇਸ ਤੇ ਪੁੱਛੋ ਕਿਉਂ ਹੈ ਜੀ? ਦੇਖੋ, ਪੰਜਾਬ ਦੇ ਅੰਦਰ ਮੈਂ ਇਸ ਗੱਲ ਨੂੰ 100 ਵਾਰੀ ਦੁਹਰਾਤੀ, 100 ਇੰਟਰਵਿਊਜ਼ 'ਚ ਕਿਹਾ ਹੋਣਾ, ਅੱਜ ਧਾਰੀਵਾਲ ਸਾਹਿਬ ਫੇਰ, ਬਿਕੋਜ਼ ਇਹਨੂੰ ਜਿੰਨਾ ਕਹਿ ਲਓ ਓਨਾ ਹੀ ਥੋੜ੍ਹਾ ਹੈ। ਹਿੰਦੁਸਤਾਨ ਇੱਕ ਸੈਕੂਲਰ ਕੰਟਰੀ ਹੈ ਤੇ ਹਿੰਦੁਸਤਾਨ ਦੇ ਅੰਦਰ ਸਭ ਤੋਂ ਸੈਕੂਲਰ ਅਗਰ ਕੋਈ ਸੂਬਾ ਹੈ ਤਾਂ ਉਹ ਪੰਜਾਬ ਹੈ। ਸਭ ਤੋਂ ਸੈਕੂਲਰ ਸੋਚ ਕਿਸੇ ਇੱਕ ਜਮਾਤ ਦੀ ਹੈ, ਉਹ ਹੈ ਪੰਜਾਬੀਆਂ ਦੀ। ਮੈਂ ਵਰਡ ਪੰਜਾਬੀ ਇਸਤੇਮਾਲ ਕਰ ਰਿਹਾ। ਇੱਥੇ ਪੰਜਾਬ 'ਚ ਜਿਹੜਾ ਵਸਦਾ ਹੈ, ਵਸਨੀਕ ਪੰਜਾਬੀ ਹੈ, ਉਹਦੀ ਸੋਚ ਸੈਕੂਲਰ ਹੈ ਸਾਹਿਬ। ਉਹ ਇਸ ਸੈਕੂਲਰ ਸੋਚ ਤੇ ਪਹਿਰਾ ਦਿੰਦੇ ਹੋਏ ਆ, ਜਦੋਂ ਚਾਹੇ 84 ਦੇ ਅੰਦਰ ਜੋ ਜਿਸ ਨੂੰ ਲੈ ਕੇ ਅੱਜ ਵੀ ਲੋਕਾਂ ਦੇ ਕਾਲਜ ਬਲੂੰਦਰੇ ਪਏ ਹੋਣੇ ਵੀ ਗੁਰੂ ਮਹਾਰਾਜ ਦੇ ਉੱਤੇ, ਉਸ ਪਾਵਨ ਸਥਾਨ ਦੇ ਉੱਤੇ ਜੋ ਕੁਝ ਵੀ ਘਟਨਾ ਵਾਪਰੀ, ਉਹਦੇ ਬਾਵਜੂਦ ਕਾਂਗਰਸ ਨੂੰ ਵੋਟਾਂ ਪਾਈਆਂ। ਕਿਉਂ? ਉਸ 'ਚ ਇੱਕ ਬਹੁਤ ਵੱਡਾ ਕਾਰਨ ਸੀਗਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਦਾ। ਜੋ ਤੁਸੀਂ ਇਕੱਲੇ ਕਾਂਗਰਸ 'ਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੱਢ ਦਿਓ, ਮੈਂ ਨਹੀਂ ਸਮਝਦਾ ਵੀ ਜਿਹੜੇ ਰਿਜ਼ਲਟ ਉਦੋਂ ਆਏ ਆ 2002 'ਚ ਆਣੇ ਸੀਗੇ ਸਾਹਿਬ। ਕਿਉਂ? ਕਿਉਂਕਿ ਉਹਨਾਂ ਦੀ ਸ਼ਖਸੀਅਤ, ਹਿੰਦੂ ਅਗਰ ਇਸ ਪਾਸੇ ਪੈ ਜਾਈਏ ਆਪਾਂ, ਹਿੰਦੂ ਆਪਣੇ ਆਪ ਨੂੰ ਕੈਪਟਨ ਸਾਹਿਬ ਦੇ ਕੋਲ ਓਨਾ ਹੀ ਸਿਕਿਉਰ ਮਹਿਸੂਸ ਕਰਦਾ ਸੀਗਾ ਜਿੰਨਾ ਇੱਕ ਸਿੱਖ ਕਰਦਾ ਸੀਗਾ। ਪਟਿਆਲਾ ਦੀ ਜਿਹੜੀ ਉਹਨਾਂ ਦੀ ਇੱਕ ਸੋਚ, ਅੱਜ ਵੀ ਦੇਖੋ ਪਟਿਆਲਾ ਆਪਣੇ ਆਪ 'ਚ ਇੱਕ ਸੈਕੂਲਰ ਓਐਸਿਸ ਕਹਿ ਲਓ ਵੀ ਹਮੇਸ਼ਾ ਰਿਹਾ। ਉੱਥੇ ਦੋਨੋਂ ਕੌਮਾਂ ਬੜੇ ਭਾਈਚਾਰਕ ਸਾਂਝ ਨਾਲ ਬਚੀਆਂ। ਉਹ ਵੀ ਇੱਕ ਮੁਜੱਸਮਾ ਹੈ ਉੱਥੇ ਪੰਜਾਬੀਅਤ ਦਾ, ਇੱਕ ਸਾਡੇ ਭਾਈਚਾਰਕ ਸਾਂਝ ਦਾ ਉੱਥੇ ਹਮੇਸ਼ਾ ਬਣਿਆ। ਪੁਰਾਣੇ ਟਾਈਮਾਂ 'ਚ ਉੱਥੇ ਭਾਈਚਾਰਕ ਸਾਂਝ ਬਣੀ ਹੋਈ ਹੈ। ਉਹ ਸੋਚ ਨੂੰ ਲੋਕਾਂ ਨੇ ਦਿੱਤਾ ਹੈ। ਉਹਦੇ ਵਿੱਚ ਆ ਜਿਹੜਾ ਕਿਸੇ ਨੇ ਆ ਭਰਮ ਫੈਲਾਏ ਹੈ ਰਾਜਨੀਤਿਕ ਕਾਰਨਾਂ ਕਰਕੇ, ਹੋ ਸਕਦਾ ਉਹਦੇ ਵਿੱਚ ਸਾਡੇ ਵਾਲੇ ਜਿਹੜੇ ਪੁਰਾਣੇ ਬੀਜੇਪੀ ਦੇ ਭਾਈਵਾਲ ਸੀਗੇ, ਉਹਨਾਂ ਨੇ ਵੀ ਆਪਣਾ ਵਜੂਦ ਕਾਇਮ ਰੱਖਣ ਵਾਸਤੇ ਵੀ ਹੈ ਕਿਤੇ ਪਿੰਡਾਂ ਕਨੀ ਨਾ ਤੁਰ ਪੈਣ, ਉਹਨਾਂ ਨੇ ਵੀ ਬਲਦੀ ਦੇ ਵਿਚਾਲੇ ਮਾੜਾ ਮੋਟਾ ਲਾ ਤੋਣਾ ਨਹੀਂ ਜੀਆ ਤਾਂ ਜੇ ਇਸ ਤਾਂ ਇਹਨਾਂ ਨੂੰ ਅਸੀਂ ਚੈੱਕ 'ਚ ਰੱਖ ਸਕਦੇ ਹਾਂ, ਜੇ ਇਹਨਾਂ ਨੂੰ ਖੁੱਲ੍ਹੇ ਛੱਡਦੇ ਤਾਂ ਦੇਖਿਓ ਤੁਹਾਡੇ ਧਰਮ ਨੂੰ ਆਂਚ ਆ ਜੂਗੀ, ਉਹ ਆ ਜੂਗੀ। ਹੁਣ ਵੀ ਤੁਸੀਂ ਆਹ ਦੇਖ ਲਓ, ਆਹ ਭ੍ਰਾਂਤੀਆਂ ਜਿਹੜੀਆਂ ਫੈਲਾਈਆਂ UCC ਵਾਲੀਆਂ ਵੀ ਸਿਵਲ ਕੋਡ ਲੱਗ ਜੂਗਾ ਜੀ। ਕਿਸੇ ਨੇ ਪੜ੍ਹਿਆ ਸਾਹਿਬ ਖਰੜਾ ਪੜ੍ਹਿਆ UCC ਦਾ? ਕਿਸੇ ਨੇ ਨਹੀਂ ਪੜ੍ਹਿਆ। ਪਰ ਲਾ ਜੀ ਦੇਖੋ ਜੀ, ਸਾਡੇ ਤਾਂ ਆਨੰਦ ਮੈਰਿਜ ਐਕਟ ਦੇ ਵਿੱਚ ਰੌਲਾ ਪੈ ਜੂਗਾ ਜੀ, ਸਾਡਾ ਤਾਂ ਧਰਮ ਦੇ ਵਿੱਚ ਪਾ ਦੇਣਗੇ ਜੀ। ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਕਿਸੇ ਜੇ ਸਿਆਣੇ ਵਕੀਲ ਨਾਲ ਜਾਂ ਕਿਸੇ ਕੌਨਸਟੀਟਿਊਸ਼ਨਲ ਐਕਸਪਰਟ ਨਾਲ ਗੱਲ ਕਰੋਗੇ, ਉਹ ਤੁਹਾਨੂੰ ਦੱਸਣਗੇ ਵੀ ਆਹ ਜਿਹੜੇ ਇਹਦਾ ਆਊਟਲਾਈਨ ਜਿਹੜੀ ਬਣੀ ਹੋਈ ਹੈ, ਉਹਦੇ ਵਿੱਚ ਇਹਦੇ ਵਿੱਚ ਕਿਸੇ ਵੀ ਧਰਮ ਦੇ ਪਰਸਨਲ ਲਾਅ ਦੇ, ਕਹਿੰਦੇ ਨੇ ਵੀ ਆ ਤਾਂ ਜੀ ਐਂਟੀ ਮਾਈਨੋਰਟੀਜ਼ ਹੈ, ਮੁਸਲਿਮ ਦੇ ਖਿਲਾਫ ਹੈ, ਸਿੱਖ, ਕਿਸੇ ਵੀ ਮਿਨੋਰਟੀ ਦੇ, ਕਿਸੇ ਇਨਫੈਕਟ ਮੈਜੋਰਿਟੀ ਮਿਨੋਰਟੀ, ਕਿਸੇ ਦੇ ਵੀ ਪਰਸਨਲ ਲਾਅ ਦੇ ਅੰਦਰ ਕੋਈ ਕਿਸੇ ਕਿਸਮ ਦੀ ਦਖਲ ਨਹੀਂ। ਸਿਵਲ ਰਾਈਟ ਹੈ ਵੀ ਅਗਰ ਕੋਈ ਮਹਿਲਾ ਅਗਰ ਉਹਨੂੰ ਡਾਈਵੋਰਸ ਹੋ ਜਾਂਦਾ ਹੈ, ਜਾਂ ਜਿਹੜੀ ਅਗਰ 2 ਜਾਂ 3 ਮਹਿਲਾਵਾਂ ਹੈ, ਉਸ 'ਚ ਕੋਈ ਵਿਡੋ ਹੈ ਜਾਂ ਕੋਈ ਉਹਨਾਂ ਦੇ ਅੱਗੇ ਸੰਤਾਨ ਹੈ, ਉਹਦਾ ਕਿਸ ਤਰ੍ਹਾਂ ਵਸੀਅਤਨਾਮਾ ਕਿਵੇਂ ਹੋਊਗਾ, ਉਹਦੀ ਮੇਨਟੇਨੈਂਸ ਦਾ ਹੈ ਜਿਹੜਾ ਇਹ ਹੈਗੇ, ਉਹਨੂੰ ਲੈ ਕੇ ਲਾ ਉਧਰਲੇ ਪਾਸੇ ਹੁਣ ਕਈ ਦਿਨਾਂ ਦੇ ਛਾਪਲੇ ਬੈਠੇ ਹੈ, ਹੁਣ ਕੋਈ ਗੱਲ ਹੀ ਨਹੀਂ ਕਰਦਾ। ਉਦੋਂ ਰੈਜ਼ੋਲੂਸ਼ਨ ਸਾਡੇ ਇੱਕ ਬੜੀ, ਅਸੀਂ ਇਮੋਸ਼ਨਲ ਜੇ ਬੰਦੇ ਹਾਂ। ਹਿੰਦੁਸਤਾਨ ਇਮੋਸ਼ਨਲ ਹੈ, ਪੰਜਾਬੀ ਤਾਂ ਹੈ ਹੀ ਇਮੋਸ਼ਨਲ। ਪੰਜਾਬ ਇੱਥੋਂ ਚੱਲਦਾ। ਮੈਂ ਹਮੇਸ਼ਾ ਕਹਿੰਦਾ ਪੰਜਾਬੀਆਂ ਦੀ ਇੱਕ ਪਛਾਣ ਹੈ, ਅਣਖ, ਉਹ ਇੱਥੇ ਬਣਾਉਣੀਆਂ ਦੀ ਸਭ ਸੋਚ ਕੇ ਚੱਲੋ ਤਾਂ ਅਗਲਾ ਨੀਵੀਂ ਵੱਟ ਜਾਂਦਾ, ਕੋਈ ਨਹੀਂ ਯਾਰ, ਕੋਈ ਨਹੀਂ, ਬੇਇੱਜ਼ਤੀ ਹੋਊਗੀ, ਚਾਰ ਕਿਸੇ ਨੇ ਦੇਖਿਆ ਨਹੀਂ, ਨੀਵੀਂ ਜੀ ਪਾ ਕੇ ਨਿਕਲ ਜਾਓ। ਤੇ ਇੱਥੇ ਤਾਂ ਅਸੀਂ ਤਾਂ ਖੰਗੂਰੂ ਦੇ ਉੱਤੇ ਕਤਲ ਹੋ ਜਾਂਦੇ ਸਭ ਪੰਜਾਬ 'ਚ, ਤਾਂ ਵੀ ਖੰਗੂਰਾ ਮਾਰ ਕੇ ਲੰਘਿਆ ਮੇਰੀ ਗਲੀ ਵਿੱਚ। ਇੱਥੇ ਤਾਂ ਰੌਲਾ ਹੀ ਅਣਖ ਦਾ। ਸਭ ਜਿਹੜੇ ਹੈ ਨਕਲੀ ਪੰਜਾਬੀ ਨਹੀਂ ਸਮਝਦੇ। ਦਸਤਾਰ ਪਾਉਣ ਨਾਲ ਕੋਈ ਸਿੱਖ ਨਹੀਂ ਬਣਦਾ, ਐਵੇਂ ਕੋਈ ਪੰਜਾਬੀ ਕਢਾਉਣ ਨਾਲ ਪੰਜਾਬੀ ਨਹੀਂ ਬਣਦਾ। ਤਾਂ ਪੰਜਾਬੀ ਇਜ਼ ਅ ਫੀਲਿੰਗ, ਕਰੈਕਟਰਿਸਟਿਕ ਹੈ। ਉਹ ਕਈਆਂ 'ਚ ਹੈ, ਕਈਆਂ 'ਚ ਨਹੀਂ ਹੈ। ਮੇ ਵੀ ਮੇਰੇ ਵਰਗੇ ਆਊਟਡੇਟਿਡ ਬੰਦੇ ਤੁਰੇ ਫਿਰਦੇ ਹੈ। ਕੋਈ ਨਹੀਂ, ਜਗੜ ਸਾਹਿਬ ਫਰਕ ਹੈ ਨਾ, ਕਈਆਂ ਨੇ ਪੱਗਾਂ ਬੰਨੀਆਂ ਨੇ, ਕਈਆਂ ਨੇ ਪੱਗਾਂ 'ਚ ਸਿਰ ਫਸਾਏ ਆ। ਦੋ ਇਹ ਗੱਲ ਮੈਂ ਅਕਸਰ, ਕਈਆਂ ਦੀ ਮਜਬੂਰੀ ਹੈ, ਜਿਸ ਮੈਨੂੰ ਲੱਗਦਾ ਵੀ ਆ ਚੀਫ ਮਿਨਿਸਟਰੀ ਆਊਗੀ ਪੱਗ ਕਰਕੇ, ਇਸ ਕਰਕੇ ਬੜੇ ਫਿਰਦੇ ਆ। ਪਰ ਮੈਂ ਉਹਨਾਂ ਨੂੰ ਨਾ ਸਿੱਖ ਮੰਨਦਾ। ਸਿੱਖ ਛੱਡੋ, ਪੰਜਾਬੀ ਵੀ ਹੈ ਨਹੀਂ ਸਾਹਿਬ, ਉਹ ਪੰਜਾਬੀ ਵੀ ਹੈ। ਮੇਰੀ ਪਰਸਨਲ ਥਿਊਰੀ ਇਹ ਹੈ ਕਿ ਪੰਜਾਬ ਦਾ ਜੰਮਿਆ ਜਾਇਆ ਉਹਦਾ ਪਹਿਲਾ ਧਰਮ ਕਰਮ ਪੰਜਾਬੀ ਹੈ। ਜੇ ਉਹ ਪੰਜਾਬੀ ਹੈ ਤੇ ਉਸ ਤੋਂ ਬਾਅਦ ਹੀ ਉਹ ਕੋਈ ਧਰਮੀ ਹੋ ਸਕਦਾ, ਕਿਉਂਕਿ ਇਸ ਧਰਤੀ ਦਾ ਇੱਥੋਂ ਜੋ ਕੁਝ ਪੈਦਾ ਹੋਇਆ,
ਇੱਥੋਂ ਦੇ ਪੌਣ ਪਾਣੀ ਦੇ ਵਿੱਚ ਜੋ ਕੁਝ ਉਪਜਿਆ ਸ਼ਾਇਦ ਹੀ ਕੋਈ ਬਹੁਤੇ ਲੋਕ ਜਾਣਦੇ ਹੋਣ, ਥੋੜੇ ਲੋਕ ਜਾਣਦੇ ਆ, ਚਾਹੇ ਅਸੀਂ ਉਹ ਧਾਰਮਿਕ ਜਾਵੀਏ ਤੋਂ ਵੇਖ ਲਈਏ ਚਾਹੇ ਕਿਸੇ ਹੋਰ ਤੋਂ ਵੇਖ ਲਈਏ। ਤੁਸੀਂ ਸੈਕੂਲਰ ਦੀ ਗੱਲ ਕੀਤੀ ਸੀ, ਇੱਕ ਗੱਲ ਤੁਰੀ ਹੋਈ ਹੈ, ਇੱਕ ਦੇਸ਼ ਇੱਕ ਚੋਣ। ਜਦੋਂ ਇਹ ਸੈਕੂਲਰ ਕੰਟਰੀ ਹੈ, ਮਤਲਬ ਇਹਦੇ ਵਿੱਚ ਅਨੇਕਾਂ ਧਰਮ, ਜਾਤਾਂ, ਮਜ਼ਹਬ ਰਹਿੰਦੇ ਆ, ਬਿਲਕੁਲ ਇਹਦੀ ਖੂਬਸੂਰਤੀ ਇਸ ਅਨੇਕਤਾ ਦੇ ਵਿੱਚ ਪਈ ਏਕਤਾ ਦੀ ਹੈ। ਜਦੋਂ ਲੋਕ ਸਭਾ ਤੇ ਰਾਜ ਸਭਾ ਹੈ, ਧਰਤੀ ਹੈ, ਸੂਰਜ, ਚੰਨ ਹੈ, ਰਾਸ਼ਟਰਪਤੀ ਹੈ, ਰਾਜਪਾਲ ਹੈ, ਪ੍ਰਧਾਨ ਮੰਤਰੀ ਹੈ, ਮੁੱਖ ਮੰਤਰੀ ਹੈ, ਦੋ ਧਿਰਾਂ ਨੇ, ਤਾਂ ਇਹਨੂੰ ਅਸੀਂ ਇੱਕ ਰੱਸੇ ਨਾਲ ਕਿਵੇਂ ਬੰਨ੍ਹ ਸਕਦੇ ਹਾਂ? ਇਹਦੇ ਵਿੱਚ ਕਿੱਥੇ ਵਿਭਿੰਨਤਾ 'ਚ ਫਰਕ ਪੈਂਦਾ, ਮੈਨੂੰ ਆਹ ਦੱਸੋ ਧਾਲੀਵਾਲ ਸਾਹਿਬ। ਅਗਰ ਇਕੱਠੇ ਇਲੈਕਸ਼ਨ ਹੋ ਜਾਂਦੇ ਹੈ, ਜਿਹੜੇ ਹੁਣ ਤੋਂ ਪਹਿਲਾਂ ਹੁੰਦੇ ਸੀਗੇ 52 ਚੋਂ ਚਾਲੂ ਹੋਏ, ਜਦੋਂ ਆ ਕੇ ਮੇਰੇ ਖਿਆਲ 'ਚ 62 ਦੇ ਬਾਅਦ ਆ ਕੇ ਗਾਂ ਪਿਛਾਂ ਹੋਣ ਲੱਗੇ ਹੈ, ਉਸ ਤੋਂ ਪਹਿਲਾਂ ਤਾਂ ਇਕੱਠੇ ਹੁੰਦੇ ਸੀ, ਉਦੋਂ ਵੀ ਹਿੰਦੁਸਤਾਨ 'ਚ ਵਿਭਿੰਨਤਾ ਸੀਗੀ, ਇਹਦੇ ਬਾਅਦ ਵੀ ਵਿਭਿੰਨਤਾ ਰਹੂਗੀ। ਲੋਕਾਂ ਦਾ ਅਧਿਕਾਰ, ਲੋਕਾਂ ਦੀ ਆਪਣੀ ਸੋਚ ਤਾਂ ਨਹੀਂ ਬਦਲ ਸਕਦੇ। ਮੈਂ ਅੱਜ ਵੀ ਤੁਸੀਂ ਦੇਖੋ, ਲੋਕ ਅੱਜ ਵੀ ਤੁਸੀਂ ਹੋ ਸਕਦਾ ਵੀ ਹਿੰਦੁਸਤਾਨ ਦੇ ਲੋਕ ਆ, ਸਾਡੇ ਪੇਂਡੂ ਪਿਛਾਕੜ ਦੇ ਸਾਡੇ ਵਰਗੇ ਲੋਕ ਆ, ਬਾਹਲੇ ਪੜ੍ਹੇ ਲਿਖੇ ਨਹੀਂ, ਪਰ ਤੁਸੀਂ ਦੇਖ ਲਓ ਸਟੇਟਸ ਦੇ ਅੰਦਰ ਵੀ ਜਦੋਂ ਸਟੇਟਸ ਨੇ ਵੋਟਾਂ ਪਾਈਆਂ, ਉਹ ਸਟੇਟਸ ਦੇ ਵਿੱਚ ਕਿਸੇ ਹੋਰ ਨੂੰ ਚੁਣਦੇ ਹੈ। 6 ਮਹੀਨੇ ਬਾਅਦ ਉੱਥੇ ਆ ਰਾਜਸਥਾਨ ਦਾ ਆਪਣੇ ਪੜੋਸ 'ਚ ਲੈ ਲਓ ਸਾਹਿਬ, 2019 ਦੇ ਅੰਦਰ ਜਦੋਂ ਆ ਸਰਕਾਰ ਦੁਬਾਰਾ ਬਣੀ ਹੈ, ਉੱਥੇ ਦੇਖੋ ਕੀ ਸੀ, ਸਰਕਾਰ ਕਾਂਗਰਸ ਦੀ ਬਣੀ ਸੀ, ਤੇ ਮੇਰੇ ਖਿਆਲ ਨਵੰਬਰ 'ਚ 6 ਮਹੀਨਿਆਂ ਬਾਅਦ ਇਲੈਕਸ਼ਨ ਆਏ ਤਾਂ ਉਹਨਾਂ ਨੇ 25 ਸੀਟਾਂ ਬੀਜੇਪੀ ਨੂੰ ਦੇ ਦਿੱਤੀਆਂ। ਸਭ ਲੋਕਾਂ ਨੂੰ ਤੁਸੀਂ ਉਹੀ ਲੋਕ ਸੀ, ਧਰਮ ਤਾਂ ਨਹੀਂ ਬਦਲਿਆ, ਸੋਚ ਤਾਂ ਨਹੀਂ ਬਦਲੀ, ਵਿਭਿੰਨਤਾ ਤਾਂ ਨਹੀਂ ਬਦਲੀ। ਅੱਜ ਉਹ ਕਿਸ ਨੂੰ ਪਾਣਗੇ? ਸੋ ਉਹਨੇ ਸਰਪੰਚ ਆਪਣੇ ਹਿਸਾਬ ਨਾਲ ਚੁਣਨਾ, ਮੈਂਬਰ ਪੰਚਾਇਤ ਉਹਨੇ ਆਪਣੇ ਹਿਸਾਬ ਨਾਲ ਚੁਣਨਾ, ਉਹ ਤਾਂ ਉਸ ਤੋਂ ਅਧਿਕਾਰ ਕੋਈ ਨਹੀਂ ਲੈ ਰਿਹਾ। ਅਸੀਂ ਤਾਂ ਕਹਿ ਰਹੇ ਵੀ ਵਾਰੀ ਉੱਥੇ ਜਾ ਕੇ ਲਾਈਨ 'ਚ ਖੜਨ ਦੀ ਬਜਾਏ ਇੱਕ ਦਿਨ ਗਏ ਹੋ ਤੁਸੀਂ, ਟਾਈਮ ਲੈ ਲਓ, ਸਾਰੇ ਵੋਟ ਇਕੱਠੇ ਪਾ ਦਿਓ, ਆਪਦੇ ਹਿਸਾਬ ਨਾਲ ਪਾ ਦਿਓ, ਵੋਟਾਂ ਤਾਂ ਅੱਡ ਆਣਗੀਆਂ। ਆਹ ਵੋਟ ਲੋਕ ਸਭਾ ਦੀ ਹੈ, ਆਹ ਵੋਟ ਅਸੈਂਬਲੀ ਦੀ ਹੈ, ਆਹ ਵੋਟ ਸਰਪੰਚ ਦੀ ਹੈ ਜਾਂ ਜ਼ਿਲ੍ਹਾ ਪਰਿਸ਼ਦ ਦੀ ਹੈ। ਇਹਦੇ ਵਿੱਚ ਅਗੇਨ ਇਹ ਜਿਹੜੀ ਪੋਲੀਟੀਕਲ ਪਾਰਟੀਆਂ ਆਪਣੇ ਡਰ ਨੂੰ, ਕਿਉਂਕਿ ਉਹ ਸਮਝਦੀਆਂ ਵੀ ਅਸੀਂ, ਸਾਡੇ ਕੋਲ ਇਹ ਜੀ ਕੋਈ ਸ਼ਖਸੀਅਤ ਹੈ ਨਹੀਂ ਜਿਹੜੀ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਬਰਾਬਰ ਖੜ ਕੇ ਹੋ ਸਕੇ। ਉਸ ਕਰਕੇ ਉਹਦੇ ਤੋਂ ਵੱਟੀ ਜਾਂਦੇ ਆ ਵੀ ਪ੍ਰਧਾਨ ਮੰਤਰੀ ਦੇ ਨਾਂ ਨੂੰ ਲੋਕਾਂ ਨੇ ਸਾਰੀਆਂ, ਦੇਖੋ ਆਪ ਦਾ ਡਰ ਬੋਲਦਾ ਸਭ ਇਹਦੇ 'ਚ ਇਹਦੇ 100 ਨੁਕਤਾ ਨਹੀਂ ਕਹਿੰਦਾ। ਇੱਕ ਗੱਲ ਇਹ ਵੀ ਚੱਲੀ ਹੈ ਕਿ ਸੈਸ਼ਨ ਇਸ ਡਰ ਤੋਂ ਬੁਲਾਇਆ ਵੀ ਇੰਡੀਆ ਅਲਾਈਅੰਸ ਦੇ ਵਿੱਚ ਜਿੰਨੇ ਲੋਕ ਇਕੱਠੇ ਹੋ ਗਏ, ਬੀਜੇਪੀ ਨੂੰ ਘਬਰਾਹਟ ਹੋਈ ਪਈ ਹੈ ਇਸ ਵੇਲੇ। ਉਹ ਫਿਰ ਚੀਕਾਂ ਕਿਉਂ ਮਾਰੀ ਜਾਂਦੇ ਸਾਹਿਬ? ਜੇ ਘਬਰਾਹਟ 'ਚ ਕਰ ਲਿਆ, ਫਿਰ ਹੋਰ ਤਕੜੇ ਹੋ ਕੇ ਜਾ ਕੇ ਉੱਥੇ ਪਾਰਟਿਸਿਪੇਟ ਕਰੋ। ਮੈਂ ਨਹੀਂ ਕਹਿੰਦਾ ਵੀ ਆਪਣੇ ਆਪ 'ਚ 1 ਨੇਸ਼ਨ 1 ਇਲੈਕਸ਼ਨ ਸਾਰੀ ਬਿਮਾਰੀਆਂ ਦਾ ਇਲਾਜ ਹੋ ਜਾਊਗਾ, ਪਰ ਇੱਕ ਸਹੀ ਕਦਮ ਹੈ। ਉਹਦੇ 'ਚ ਤੁਹਾਨੂੰ ਕੋਈ ਖਦਸ਼ੇ ਹੈ ਤਾਂ ਤੁਸੀਂ ਜਾ ਕੇ ਪਾਰਲੀਮੈਂਟ 'ਚ ਡਿਬੇਟ ਕਰੋ। ਜਦੋਂ ਬੋਲਣ ਦੀ ਗੱਲ ਆਉਂਦੀ ਹੈ, ਤੁਸੀਂ 5 ਮਿੰਟਾਂ 'ਚ ਭਾਸ਼ਣ ਡਿਬੇਟ ਕੇ ਬਾਹਰ ਨਿਕਲ ਜਾਓ, ਹਲਾ ਕਰਕੇ ਨਿਕਲ ਜਾਂਦੇ ਹੋ। ਤਾਂ ਗੱਲ ਕਰੋ, ਤੁਹਾਡੀ ਤਰਕ ਨਾਲ ਗੱਲ ਕਰੋਗੇ, ਲੋਕ ਸੁਣਨਗੇ। ਆਹ ਤਾਂ ਨਹੀਂ ਵੀ ਧੱਕੇ ਨਾਲ ਕਿਸੇ ਨੇ ਵੋਟ ਖੋ ਕੇ ਲੈ ਜਾਣੇ ਆ। ਜੇ 1 ਇਲੈਕਸ਼ਨ ਹੋਇਆ, 1 ਨੇਸ਼ਨ 1 ਇਲੈਕਸ਼ਨ ਵਾਲੀ ਕਹਾਣੀ ਆ ਗਈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਪਾਓਗੇ, ਮੈਂ ਆਪਣੀ ਮਰਜ਼ੀ ਨਾਲ ਪਾਊਂਗਾ। ਜੇ ਮੈਂ ਸੋ ਕਾਲਡ ਯੂਨਾਈਟਿਡ ਇੰਡੀਆ ਵਾਲਿਆਂ ਦੀ ਮੈਂ ਲੈ ਕੇ ਗੱਲ ਮੰਨੂਗਾ ਤਾਂ ਵੋਟ ਮੈਂ ਉਹਨੂੰ ਕਿਸੇ ਉਹਦੇ ਹਿਸਾਬ ਨਾਲ ਪਾ ਦੂੰਗਾ। ਪਰ ਕਿਉਂ ਨਹੀਂ ਆਪਣਾ ਇੱਕ ਆਲਟਰਨੇਟ ਪੇਸ਼ ਕਰਦੇ ਤੁਸੀਂ ਵੀ? ਉਹ ਜਿਵੇਂ ਆਪਣੇ ਹੈ ਨਾ, ਇੱਥੇ ਜੱਜ ਦੀ ਨਹੀਂ, ਪਾਰਲੀਮੈਂਟਰੀ ਗੱਲ ਨਹੀਂ, ਕਹਿੰਦਾ ਲਿਆਓ, ਕਹਿੰਦਾ ਇਹਦਾ ਜਦੋਂ ਮਿਲਣੀ ਹੁੰਦੀ ਹੈ ਆਪਣੇ, ਕਹਿੰਦਾ ਲਿਆਓ ਇਹਦਾ ਲਿਆਓ, ਤਾਂ ਤੁਸੀਂ ਕੱਢੋ ਵੀ ਆਪ ਬੀਜੇਪੀ ਦਾ ਕੈਂਡੀਡੇਟ, ਤੁਸੀਂ ਆਪਣਾ ਇੰਡੀਆ ਦਾ ਕੈਂਡੀਡੇਟ ਕੱਢੋ। ਉਹਨਾਂ ਦੇ ਵਿੱਚ ਇਸ ਗੱਲ ਤੇ ਸਹਿਮਤੀ ਨਹੀਂ ਹੋ ਰਹੀ। ਤੁਸੀਂ ਉਹਨਾਂ ਲੋਕਾਂ ਨੂੰ ਐਕਸਪੈਕਟ ਕਰ ਰਹੇ ਹੋ ਵੀ 1 ਇਲੈਕਸ਼ਨ ਤੇ ਸਹਿਮਤੀ ਹੋ ਜਾਏ, ਉਹਨਾਂ ਦੀ ਆਪ ਦੀ ਨਹੀਂ ਹੋਣੀ ਹੈ। ਜਦੋਂ ਉਹ 2 ਬੋਲਾਂ ਬੋਲੀ ਜਾਂਦੇ ਆ, ਹੁਣ ਦੇਖ ਲਓ ਇੱਥੇ ਅਕਾਲੀ ਦਲ ਨੇ ਚਾਹੇ ਇਹਨਾਂ ਨੂੰ ਨਿਯੋਤਾ ਉਹ ਵੀ ਦੇ ਰਹੇ ਸੀ, ਕਹਿੰਦੇ ਇੰਡੀਆ ਵਾਲੇ ਨੇ ਬੁਲਾਇਆ ਸੀਗਾ, ਉਹ ਕਹਿੰਦੇ ਨਹੀਂ 1 ਨੇਸ਼ਨ 1 ਇਲੈਕਸ਼ਨ ਬੜੀ ਹੈ। ਹਰੇਕ ਆਦਮੀ ਦੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ, ਹਰੇਕ ਦੀ ਆਪਣੀ ਰਾਏ ਹੈ। ਤੁਹਾਡੀ ਜਿਹੜੇ ਇੰਡੀਆ ਅਲਾਈਅੰਸ ਨੂੰ ਲੈ ਕੇ ਕੀ ਪਰਸੈਪਸ਼ਨ ਹੈ? ਕੀ ਇਹ ਇਕੱਠੇ ਤੁਰ ਸਕਦੇ ਆ? ਜਿਵੇਂ ਇੱਕ ਮੰਚ ਤੇ ਹੁਣ ਤੱਕ ਇਕੱਠੇ ਹੋਏ ਨੇ, ਇਹ ਚੋਣਾਂ ਤੱਕ ਇਕੱਠੇ ਰਹਿ ਸਕਦੇ ਆ? ਚੋਣਾਂ ਤੋਂ ਦੇਖੋ ਧਾਲੀਵਾਲ ਸਾਹਿਬ, ਮੈਂ ਇੱਕ ਪ੍ਰੈਗਮੈਟਿਕ ਜਿਹਾ ਆਦਮੀ ਹਾਂ। ਕੰਮ ਸ਼ਾਇਦ ਮੈਂ ਨਹੀਂ ਉਸ ਹਿਸਾਬ ਨਾਲ ਕਈ ਵਾਰੀ ਭਾਵਨਾਕ ਹੋ ਕੇ ਕਰ ਜਾਂਦੇ, ਕਿਉਂਕਿ ਇਸ ਤਰ੍ਹਾਂ ਕਮਲ ਇੱਥੋਂ ਕੀਤਾ ਜੋ ਕੁਛ ਕੀਤਾ ਬੜੀ ਅਕਲ ਨਾਲ ਕੀਤਾ। ਪਰ ਅਗਰ ਇਹਨੂੰ ਅੱਜ ਜਦੋਂ ਇਸ ਮਾਹੌਲ 'ਚ ਬੈਠ ਕੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕਰ ਰਹੇ ਹੋ ਪਾਰਲੀਮੈਂਟ ਇਲੈਕਸ਼ਨਾਂ ਦੇ ਇਕੱਠੇ ਚੱਲਣ ਦੀ, ਮੈਂ ਕਹਿੰਦਾ ਸਵੇਰੇ ਇੱਥੇ ਆ ਜਿਹੜੇ ਪੰਚਾਇਤ ਦੇ ਇਲੈਕਸ਼ਨ ਭਗਵੰਤ ਮਾਨ ਜੀ ਨੇ ਕੈਂਸਲ ਕੀਤੇ ਹੈ ਨਾ, ਲਾ ਤੁਸੀਂ ਨਵੰਬਰ 'ਚ ਕਰਾ ਦਿਓ। ਇੱਥੇ ਤੁਸੀਂ ਬੈਠੇ ਹੋ, ਇੱਥੇ ਮੈਂ ਬੈਠਾ, ਤੇ ਤੁਸੀਂ ਆ ਕੇ ਦੁਬਾਰਾ ਇੰਟਰਵਿਊ ਲੈ ਲਿਓ ਜੀ। ਇਹ ਇੱਥੇ ਛਿੱਤਰੋ ਛਿੱਤਰੀ ਹੁੰਦੇ, ਮੈਂ ਨਾਂ ਦਿਖਾਣ ਤੁਹਾਨੂੰ, ਜਿਹੜੇ ਆ ਕੱਲ ਚੀਮਾ ਸਾਹਿਬ ਦਾ ਬਿਆਨ ਆਇਆ ਨਾ ਵੀ ਇਕੱਠੇ ਅਸੀਂ ਲੜਾਂਗੇ, ਤੁਸੀਂ ਪਾਰਲੀਮੈਂਟ ਲੜਨ ਦੀ ਗੱਲ ਕਰੀ ਜਾਂਦੇ ਹੋ, ਪੰਚਾਇਤ ਵਾਲਾ ਇਕੱਠਾ ਲੜ ਕੇ ਦਿਖਾ ਦਿਓ ਮੈਨੂੰ।
ਮੈਂ ਤੁਹਾਨੂੰ ਇੱਥੇ ਪਿੰਡਾਂ ਦੇ ਵਿੱਚ ਇੱਥੇ ਆਈ ਕੇਸ ਕਰਨ ਦੀ ਦਿਖਾਊਂਗਾ ਜੀ, ਸਾਡਾ ਫਾਰਮ ਕੈਂਸਲ ਕਰਾਤੇ ਜੀ, ਆਪ ਵਾਲਿਆਂ ਨੇ ਸਾਡਾ ਬੰਦਾ ਫੜ ਕੇ ਅੰਦਰ ਕਰਤਾ, ਜਾਂ ਆ ਤੁਹਾਨੂੰ ਇੱਥੇ ਹੁੰਦੇ ਦਿਖਾਊਂਗਾ। ਕਿਸ ਤਰ੍ਹਾਂ ਨਿਭਣ ਗਿਆ ਸਭ ਮਸਲਾ ਆ ਨਹੀਂ ਵੀ ਆ ਕੀ ਹੋਊਗਾ, ਤੁਸੀਂ ਚੱਲੂਗਾ ਕਿ ਨਾ ਚੱਲੂਗਾ। ਮੈਨੂੰ ਐਜ਼ ਏ ਪੰਜਾਬੀ ਹੈ ਵੀ ਅੱਜ ਤਾਈਂ ਇੱਕ ਚੀਜ਼ ਦੇ ਉੱਤੇ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਇੱਕੋ ਹੀ ਏਜੰਡਾ ਪਿਛਲੇ ਮਾਰਚ ਤੋਂ ਲੈ ਕੇ ਹੁਣ ਤਾਈਂ ਹੈ ਵੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ। ਸਾਰੇ ਕਾਂਗਰਸੀ ਜਿੰਨੇ ਸੀਗੇ ਸਾਰੇ ਕਹਿੰਦਾ ਚੋਰ ਸੀਗੇ, ਸਾਰੇ ਫੜ ਕੇ ਅੰਦਰ ਤੁੰਨੂਗਾ। ਉਹਨਾਂ ਦਾ ਕੀ ਬਣੂਗਾ ਸਭ? ਕੱਲ ਚੀਮਾ ਸਾਹਿਬ ਦੇ ਬਿਆਨ ਦੇ ਬਾਅਦ ਮੈਂ ਹੈਰਾਨ ਹਾਂ ਵੀ ਇੱਥੇ ਕਿਸੇ ਨੇ ਪੁੱਛਿਆ ਨਹੀਂ, ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ। ਉਹਨਾਂ ਨੇ ਤਾਂ ਕੀ ਪੁੱਛਣਾ ਸਾਹਿਬ? ਜਿਹੜੇ ਪੰਜਾਬੀ ਦੀ ਕਹਾਵਤ ਫਿਰ ਬਹੁਤ ਮਾੜੀ ਹੈ, ਜਿਵੇਂ ਉਹ ਕਹਿੰਦੇ ਤਾਂ ਮੇਰੇ ਸਵੇਰੇ ਇਹਨਾਂ ਨੇ ਕੋਈ ਨਾ ਕੋਈ ਜਾ ਕੇ ਮਾਂ ਨਾਨੀ ਦਾ ਦਾਵਾ ਠੋਕ ਦੇਣਾ ਹੈ, ਜਿਹਨੇ ਕਹਿੰਦਾ ਚੋਰ ਤੇ ਉਹ ਦੋਨੋਂ ਰਲ ਗਏ। ਤੇ ਇਹ ਤਾਂ ਹੁਣ ਕਹਿੰਦੇ ਨੇ ਸਈਆਂ ਭਏ ਕੁਤਵਾਲ ਤੋਂ ਫਿਰ ਡਰਕਾਏਗਾ। ਇਹ ਤਾਂ ਉਹਨਾਂ ਦੇ ਉੱਤੇ ਸਰਕਾਰ ਦੇ ਉੱਤੇ ਨਿਗਾਹ ਰੱਖਣ ਵਾਸਤੇ ਇੱਕ ਵਾਚ ਏਜੰਸੀ ਜਿਹੜੀ ਹੈ ਓਪੋਜੀਸ਼ਨ ਦੀ ਧਿਰ ਹੁੰਦੀ ਹੈ ਮੇਨ। ਕੁਰਸੀ ਕੋਠੀ ਲਈ ਬੈਠੇ ਆ, ਗੱਡੀਆਂ ਲਈ ਫਿਰਦੇ ਆ, ਸਿਕਿਉਰਿਟੀ ਲਈ ਫਿਰਦੇ ਆ। ਪੁੱਛਿਆ ਨਹੀਂ ਕੱਲ ਵੀ ਦੱਸੋ ਜੀ ਇਹਨਾਂ ਦਾ ਕੀ ਹੋਊਗਾ, ਜਿਹੜੇ ਕੇਸਿਸ ਇਹਨਾਂ ਦਾ ਕੀ ਹੋਊਗਾ? ਕੱਲ ਚੀਮਾ ਸਾਹਿਬ ਦਾ ਬਿਆਨ ਆ ਗਿਆ, ਕਿਸੇ ਪੱਤਰਕਾਰ ਨੇ ਉਹਨੂੰ ਪੁੱਛਿਆ ਨਹੀਂ ਉਸ ਬਿਆਨ ਦੇ ਵਿੱਚ ਵੀ ਆਹ ਦੱਸੋ ਜੀ ਇਹ ਕੇਸ ਹੁਣ ਬੰਦ ਕਰ ਦਿਓਗੇ। ਉਹ ਕਹਿ ਰਹੇ ਆ ਸਾਡਾ ਸਮਝੌਤਾ ਹੈ। ਭਗਵੰਤ ਮਾਨ ਜੀ ਕਹਿਣਗੇ ਕਰप्शन के खिलाफ मुहिम चलती रहेगी। फिर कादी मुहिम है साहब? दोस्त रल गए, दोनों चोर सिपाही का खेड है, दोनों रल गए। Who's going to watch the interest of Punjab? ਜਾਖੜ ਸਾਹਿਬ, ਸੰਦੀਪ ਜਾਖੜ ਕਦੋਂ ਬੀਜੇਪੀ ਚ ਆ ਰਹੇ ਨੇ? ਸੰਦੀਪ ਜਾਖੜ ਸਾਹਿਬ ਆਪਣੇ ਆਪ 'ਚ ਖੁਦ ਮੁਖਤਿਆਰ ਹੈ, ਲੋਕਾਂ ਨੇ ਚੁਣਿਆ ਉਹਨੂੰ। ਐਮਐਲਏ ਸੁਨੀਲ ਜਾਖੜ ਨੇ ਵਿਰਾਸਤ 'ਚ ਨਹੀਂ ਦਿੱਤੀ। ਸੁਨੀਲ ਤਾਂ ਹਾਰਿਆ ਸੀਗਾ 2017 'ਚ, ਉਹਨਾਂ ਦਾ ਹਾਰੀ ਹੋਈ ਸੀਟ ਜਿੱਤ ਕੇ ਕੱਢ ਕੇ ਲੈ ਕੇ ਆਇਆ। ਸੁਨੀਲ ਕੌਣ ਹੁੰਦਾ ਉਹਨੂੰ ਦੱਸਣ ਵਾਲਾ ਸਾਹਿਬ? ਨਹੀਂ, ਪਰ ਗੱਲ ਇਹ ਹੈ ਜਿੱਦਾਂ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ, ਲੈਗਸੀ ਦੀ ਗੱਲ ਕਰਦੇ ਹੋ, ਤੁਹਾਡੇ ਹਿੱਸਾ ਨੇ, ਅੰਗ ਨੇ। ਬਿਲਕੁਲ ਸਾਹਿਬ, ਬਿਲਕੁਲ। ਮੇਰਾ ਬੇਟਾ ਹੈ ਸੰਦੀਪ, ਤੇ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਸਾਡੀ ਫੈਮਿਲੀ ਪਰਿਵਾਰ ਅੱਜ ਵੀ ਅਸੀਂ ਇਕੱਠੇ, ਸਾਡਾ ਉਸੇ ਤਰ੍ਹਾਂ ਹੀ ਭਾਈਚਾਰਾ ਬਣਿਆ ਹੋਇਆ ਹੈ। ਅੱਜ ਦੇ ਜ਼ਮਾਨੇ ਦੇ ਅੰਦਰ ਜਦੋਂ ਭਰਾ ਦੇ ਨਾਲ ਲੜੀ ਜਾਂਦੇ ਹੈ, ਹਰੇਕ ਥਾਂ ਕਲੇਸ਼ ਪਏ ਖੜੇ ਹੈ, ਅੱਜ ਵੀ ਅਸੀਂ ਤਿੰਨ। ਤਾਂ ਹੀ ਮੈਂ ਸਵਾਲ ਪੁੱਛਿਆ ਵੀ ਜਿਸ ਕਾਂਗਰਸ ਨੇ ਸਨਮਾਨ ਨਾ ਕੀਤਾ ਹੋਵੇ, ਸੁਨੀਲ ਜਾਖੜ ਹੋਰਾਂ ਨੂੰ ਟੀਸ ਆਈ ਹੋਵੇ ਵੀ ਅਖੀਰਲੇ ਪੜਾਅ ਤੇ ਉਹਨਾਂ ਨੇ ਇਹ ਕੁਝ ਕੀਤਾ, ਵੀ ਸੰਦੀਪ ਜਾਖੜ ਹੋਰੀ ਉਸ ਪਾਰਟੀ ਕਿਵੇਂ ਟਿਕ ਕੇ ਰਹਿ ਸਕਦੇ? ਪਾਰਟੀ 'ਚ ਟਿਕੇ, ਲੋਕਾਂ ਨੇ ਚੁਣ ਕੇ ਭੇਜਿਆ ਸਾਹਿਬ। ਉਹਨਾਂ ਨੇ ਜੋ ਕੁਛ ਹੈ ਉਹਨਾਂ ਦੇ ਉਸੇ ਦਿਨ ਕਹਿਤਾ ਸੀ ਵੀ ਪਾਰਟੀ ਆਪਣੀ ਤਾਂ ਮੈਂ ਤਾਂ ਸੁਨੀਲ ਦੇ ਨਾਲ ਹਾਂ। ਉਹਦੇ ਬਾਅਦ ਹੋਰ ਕੀ ਕਹਿ ਦੇਵੇ, ਹੋਰ ਸੰਦੀਪ ਕੀ ਕਹਿ ਦੇਵੇ ਸਾਹਿਬ? ਉਹਨੇ ਆ ਤਾਂ ਨਹੀਂ ਕਿਹਾ ਵੀ ਤੁਹਾਨੂੰ ਐਕਸਪੈਲ ਕਰ ਦੇਣਗੇ। ਸੰਦੀਪ ਨੇ ਆ ਗਿਆ, ਉਹਨੇ ਠੋਕ ਕੇ ਕਹਿਦਾ ਵੀ ਆ ਸੁਨੀਲ ਜਾਖੜ ਜੋ ਕੁਛ ਵੀ ਹੈ ਅਸਲੀ ਹੈ, ਤੇਰੇ ਵਾਂਗੂ ਨਕਲੀ ਹੈ ਨਹੀਂ। ਸੁਨੀਲ ਜਾਖੜ ਜੋ ਕੁਛ ਵੀ ਹੈ ਅਸਲੀ ਹੈ, ਜੇ ਉਹ ਚੌਧਰੀ ਹੈ ਤਾਂ ਅਸਲੀ ਹੈ। ਕੋਈ ਨਕਲੀ ਸਰਦਾਰ, ਜਿਵੇਂ ਤੁਸੀਂ ਕਹਿੰਦੇ ਨਾ ਪੱਗ 'ਚ ਸਿਰ ਨਹੀਂ ਫਸਾਇਆ ਉਹਨੇ, ਉਹ ਵੀ ਫਸਾ ਸਕਦਾ ਸੀ। ਉਹ ਤਾਂ ਕਹਾਣੀ ਹੈ, ਮੈਂ ਤੁਹਾਨੂੰ ਦੱਸੂਗਾ। ਮੈਨੂੰ ਵੀ ਆ ਇਸ ਕਿਸਮ ਦੀ ਬਹੁਤ ਸਾਲ ਪਹਿਲਾਂ ਗੱਲ ਆਈ ਸੀ ਕਿ ਵਾਈ ਕਾਂਟ ਯੂ ਵੀਅਰ ਅ ਟਰਬਨ, ਵਾਈ ਕਾਂਟ ਯੂ ਗਰੋ ਅ ਬੀਅਰਡ। ਮੈਂ ਕਿਹਾ ਜੀ ਆਈ ਐਮ ਵੈਰੀ ਪ੍ਰਾਊਡ ਆਫ ਵਟ ਆਈ ਐਮ। I am not for any position or any even chief ministership. You think I'm going to change my identity? ਇਹ ਗੱਲ ਤੁਰੀ ਸੀਗੀ ਅੱਜ ਦੀ ਨਹੀਂ, ਮੈਂ ਤੁਹਾਨੂੰ ਗੱਲ ਦੱਸੀ ਹੈ ਨਾ 2012 ਦੀ ਸਾਹਿਬ। ਅੱਛਾ, ਵੀ ਤੁਸੀਂ ਪੱਗ ਬੰਨਣੀ ਸ਼ੁਰੂ ਕਰ ਦਿਓ? ਨਹੀਂ ਸਭ, ਇਟ ਵਾਸ ਨਾਟ ਇਨ ਦਿਸ, ਨਹੀਂ ਸੌਰੀ, ਨਾ ਦਿਸ ਵਾਸ ਇਨ ਅ ਡਿਫਰੈਂਟ ਕੰਟੈਕਸਟ। ਓਕੇ। ਜਦੋਂ ਆ ਗੱਲ ਆਈ ਤੇ ਮੈਂ ਬੜੇ ਕਿੱਸੇ ਬਹੁਤ ਹੈ, ਕਦੇ ਕਿਤਾਬ ਲਿਖਣੀ ਪਊਗੀ। ਜਦੋਂ ਆ ਕਿਤੇ ਗੱਲ ਆ ਗਈ, ਮੈਂ ਕਿਹਾ ਉਹ ਕਹਿੰਦਾ ਪੀਸੀਸੀ ਪ੍ਰਧਾਨ ਤੇਰੇ ਤੋਂ ਨਾਰਾਜ਼ ਕਿਉਂ? ਉਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਮੈਂ ਕਿਹਾ ਰਾਹ ਜਾਣੇ ਤੁਹਾਡਾ ਪੀਸੀਸੀ ਪ੍ਰਧਾਨ। ਮੈਂ ਦੇਖੋ ਮੇਰੀ ਕਿਸੇ ਨਾਲ ਲਾਈਕਿੰਗ ਡਿਸਲਾਈਕਿੰਗ ਕਦੇ ਧਾਰੀਵਾਲ ਸਾਹਿਬ ਲੁਕੋ ਕੇ ਨਹੀਂ ਰੱਖੀ। ਆਈ ਕੈਰੀ ਮਾਈ ਹਾਰਟ ਔਨ ਮਾਈ ਸਲੀਵ। ਮੇਰੇ ਤੋਂ ਐਨ ਨਟੰਕੀ ਨਹੀਂ ਹੁੰਦੀ। ਤੇ ਉਹਨਾਂ ਨੇ ਮੈਨੂੰ, ਰਾਹੁਲ ਜੀ ਨੇ ਕਿਹਾ ਵੀ ਇਹਦੇ ਨਾਲ ਨਿਭਾਓ। ਮੈਂ ਕਿਹਾ ਸੌਰੀ ਆਈ ਡੋਂਟ ਲਾਈਕ ਦਿਸ ਫੈਲੋ। ਕਹਿੰਦੇ ਕੀ ਗੱਲ ਕੀ ਹੈ? ਮੈਂ ਕਿਹਾ ਇਹਨੂੰ ਪੁੱਛੋ, ਆ ਕਿਉਂ ਮੂੰਹ ਸੁਜਾ ਕੇ ਰੱਖਦਾ, ਇਹਨੂੰ ਕੀ ਤਕਲੀਫ ਹੈ? ਤੇ ਕਹਿੰਦੇ ਨਹੀਂ ਕਾਰਨ ਕੀ ਹੈ? ਮੈਂ ਕਾਰਨ ਹੈ ਜੀ ਆਈ ਡੋਂਟ ਨੋ, ਹੀ ਸ਼ੁਡ ਉਹ ਐਕਸਪਲੇਨ ਕਰੇ। ਮੈਂ ਕਿਹਾ ਪ੍ਰੋਬਲਮ ਪੋਲੀਟੀਕਲ ਹੁੰਦੀ ਹੈ ਨਾਰਮਲੀ, ਵੀ ਇਸ ਬੰਦੇ ਨੂੰ ਹੋਣਾ ਹੈ ਵੀ ਹਰੇਕ ਪੀਸੀਸੀ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਅਗਲਾ ਮੁੱਖ ਮੰਤਰੀ ਦਾ ਦਾਅਵੇਦਾਰ ਸਮਝਦਾ ਹੈ। ਤੇ ਮੈਂ ਕਿਹਾ ਉਹਨੂੰ ਮੇਰੇ ਤੇ ਤਾਂ ਡਰਨ ਦੀ ਲੋੜ ਨਹੀਂ, ਪਤਾ ਨਹੀਂ ਮੇਰੇ ਤੇ ਪਰਛਾਵੇਂ ਤੋਂ ਡਰਦੇ ਆ। ਕਹਿੰਦੇ ਕਿਉਂ ਨਹੀਂ ਡਰਨਾ ਚਾਹੀਏ? ਮੈਂ ਕਿਹਾ ਜੀ ਮੈਂ ਤਾਂ ਚੀਫ ਮਿਨਿਸਟਰੀ ਦੇ ਰੇਸ 'ਚ ਹੀ ਹੈ ਨਹੀਂ। ਉਹ ਕਹਿੰਦੇ ਕਿਉਂ? ਮੈਂ ਕਿਹਾ ਜੀ ਉਹ ਤਾਂ ਆ ਦੱਸੇ। ਜਦੋਂ ਆ ਗੱਲ ਆਈ ਕਹਿੰਦੇ ਜੀ ਹਿੰਦੂ ਔਰ ਸਿੱਖ ਵਾਲੀ ਆ 2012 'ਚ ਹੱਸਦੇ, ਕਹਿੰਦਾ ਇਸ ਲਈ। ਮੈਂ ਕਿਹਾ ਮੇਰੇ ਕੋਲ ਤਾਂ ਆ ਵੀ ਹੈ ਨਹੀਂ, ਨਾ ਤਾਂ ਮੈਂ ਕੇਸਧਾਰੀ ਹਾਂ, ਨਾ ਆ ਹੈਗਾ, ਇਹਨੂੰ ਮੇਰੇ ਤੋਂ ਕੀ ਡਰ ਹੈ? ਕਹਿੰਦਾ ਨੋ ਯੂ ਕੈਨ ਆਲਵੇਜ਼ ਟਾਈ ਅ ਟਰਬਨ। ਉਹਨੇ ਆ ਨਹੀਂ ਕਿਹਾ ਵੀ ਜ਼ਰੂਰੀ ਹੈ, ਉਹਨਾਂ ਨੇ ਆ ਕਿ ਯੂ ਕੈਨ ਆਲਸੋ ਵੀਅਰ ਅ ਟਰਬਨ। ਮੈਂ ਕਿਹਾ ਜੀ ਆਈ ਐਮ ਵੈਰੀ ਪ੍ਰਾਊਡ ਆਫ ਵਟ ਆਈ ਐਮ। ਓਕੇ। ਹਾਂ ਮੈਂ ਪੰਜਾਬੀ ਵਿਦਆਊਟ ਵੀਅਰਿੰਗ ਟਰਬਨ। ਮੈਂ ਇਹਨਾਂ ਨਾਲੋਂ ਨਕਲੀ ਸਿੱਖਾਂ ਨਾਲੋਂ ਅਸਲੀ ਸਿੱਖ ਹਾਂ। ਤਾਂ ਮੈਂ ਅਸੈਂਬਲੀ 'ਚ ਬਾਦਲ ਸਾਹਿਬ ਨੂੰ ਕਹੀ
ਬਾਦਲ ਸਾਹਿਬ ਨੇ ਕਿਤੇ ਟੋਕਤਾ ਵੀ ਜਾਖੜ ਸਾਹਿਬ ਤੁਸੀਂ ਸਾਡੇ ਮਸਲਿਆਂ 'ਚ ਨਾ ਦਖਲ ਦਿਆ ਕਰੋ। ਮੈਂ ਕਿਹਾ ਜੀ ਮੈਂ ਤੁਹਾਡੇ ਵਾਲੇ ਜਿਹੜੇ ਬੈਠੇ ਆ ਕਈ ਇੱਥੇ ਅੰਮ੍ਰਿਤਧਾਰੀ ਬੈਠੇ ਆ, ਇਹਨਾਂ ਨਾਲੋਂ ਸੱਚਾ ਸਿੱਖ ਹਾਂ। ਮੇਰੇ ਹੋ ਸਕਦਾ ਵੀ ਮੇਰੇ ਤੇ ਵਾਹਿਗੁਰੂ ਦਾ ਐਡੀ ਮਿਹਰ ਹੈ ਨਹੀਂ ਵੀ ਮੈਂ ਕੋਈ ਸਿੱਖੀ ਸਰੂਪ ਹੋਏ ਮੇਰੇ, ਪਰ ਮੈਂ ਕਿਹਾ ਜੀ ਮੈਂ ਗੁਰੂ ਮਹਾਰਾਜ ਦਾ ਮੂਲ ਮੰਤਰ ਜਿਹੜਾ ਮੈਂ ਤਾਂ ਮੇਰੇ ਪਿਤਾ ਨੇ ਸਿਖਾਇਆ ਸੀ, ਮਾਨਸ ਕੀ ਜਾਤ ਸਭੋ ਏਕੋ ਪਹਿਚਾਨ, ਉਹ ਮੂਲ ਮੰਤਰ ਗੰਢ ਬਣੀ ਫਿਰਦਾ। ਤੇ ਮੈਂ ਸਮਝਦਾ ਵੀ ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਜੀ, ਉਹਦੇ ਤੇ ਮੈਂ ਖੜਾ ਰਵਾਂ ਗੱਲ ਹੀ ਨਹੀਂ ਪੜੀ ਜੀ ਉਹਦੇ 'ਚ ਜਦੋਂ ਆ ਫਰਕ ਪਾਉਂਦੇ ਆ। ਸੋ ਇਹ ਲੋਕ, ਮੈਂ ਤੁਹਾਨੂੰ ਕਹਿਣਾ ਜੀ ਮੈਂ ਇਹਨਾਂ ਲੋਕਾਂ ਨੂੰ ਐਨ ਸਿਰੇ ਤੋਂ ਜਾਣਦਾ ਸਭ। ਮੈਂ ਵੈਸੇ ਤਾਂ ਸ਼ੁਰੂ 'ਚ ਇਹ ਸਵਾਲ ਕਰਨਾ ਸੀ, ਆਪਾਂ ਗੱਲਾਂ ਹੋਰ ਪਾਸੇ ਥੋੜ੍ਹੀਆਂ ਤੁਰ ਪਈਆਂ। ਕਾਂਗਰਸ ਤੇ ਬੀਜੇਪੀ ਦੀ ਕਾਰਜਸ਼ੈਲੀ ਦੇ ਵਿੱਚ ਕੋਈ ਫਰਕ ਨਜ਼ਰ ਆਇਆ? ਬਿਲਕੁਲ ਸਰ, ਬਹੁਤ ਫਰਕ ਹੈ ਸਰ, ਦਿਨ ਰਾਤ ਦਾ ਫਰਕ। ਜਿਵੇਂ ਪਹਿਲੀ ਗੱਲ ਹੈ ਜੀ, ਅੱਜ ਦੇ ਦਿਨ ਕਿਸੇ ਟਾਈਮ ਕਾਂਗਰਸ ਦੇ ਵਰਕਰਸ ਦੀ ਆਈਡੀਓਲੋਜੀਕਲ ਕਮਿਟਮੈਂਟ ਰਹੀ ਹੋਣੀ ਹੈ ਸਰ ਜੀ। ਅੱਜ ਉਹ ਕਮਿਟਮੈਂਟ ਜਿਹੜੀ ਹੈ ਇੱਥੇ ਆ ਕੇ ਦੇਖਣ ਨੂੰ ਮਿਲਦੀ ਹੈ ਵੀ ਕਿਸ ਤਰ੍ਹਾਂ ਦੀ ਕਮਿਟਮੈਂਟ ਹੁੰਦੀ ਹੈ ਪਾਰਟੀ ਦੇ ਨਾਲ। ਦੇ ਆਰ ਆਈਡੀਓਲੋਜੀਕਲ ਕਮਿਟਡ, ਚਾਹੇ ਉਹਨਾਂ ਕੋਲ 10 ਬੰਦੇ ਹੈ, ਚਾਹੇ 23 ਸੀਟਾਂ ਤੇ ਉਹਨਾਂ ਕੋਲ ਆਪਣੀ ਸੰਗਠਨ ਖੜਾ ਹੈ ਜਾਂ ਬਾਕੀ ਖੜੇ ਹੈ, ਬਟ ਦੇ ਆਰ ਆਈਡੀਓਲੋਜੀਕਲੀ ਕਮਿਟਡ ਐਂਡ ਦੇ ਆਰ ਰੀਅਲੀ ਸਿੰਸੀਅਰ। ਮਤਲਬ ਉਹ ਜਦੋਂ ਇੱਕ ਵਾਰੀ ਕੋਈ ਗੱਲ ਫੈਸਲਾ ਹੋ ਗਿਆ ਉਹਦੇ ਉੱਤੇ ਪਹਿਰਾ ਦਿੰਦੇ ਆ। ਸਾਡੇ ਤਾਂ ਇੱਥੇ ਸਾਡੀ ਤਾਂ ਆਪਸ ਵਿੱਚ ਸੁਗਬੁਗਾਹਟ ਨਹੀਂ ਸੀ ਖਤਮ ਹੁੰਦੀ। ਤੇ ਦੂਜੀ ਗੱਲ ਹੈ ਵੀ ਦੇ ਆਰ ਰੀਅਲੀ ਹਾਰਡ ਵਰਕਿੰਗ, ਜਿੰਨੇ ਤਨਦੇਹੀ ਨਾਲ ਉਹ ਕੰਮ ਕਰਦੇ ਆ, ਇਜ਼ ਮੋਰ ਡਿਸਪਲਿਨਡ ਆਰਗੇਨਾਈਜੇਸ਼ਨ ਸਾਡੇ ਨਾਲੋਂ ਤੋਂ ਜ਼ਿਆਦਾ ਹੈ। ਤੇ ਬਾਕੀ ਇੱਥੇ ਆ ਦੂਜੀ ਗੱਲ ਹੈ ਵੀ ਆ ਐਡਾ ਕੋਈ ਪ੍ਰੈਸ਼ਰ ਗਰੁੱਪ ਇੱਥੇ ਹੈ ਨਹੀਂ ਵੀ ਕਿਸੇ ਦੇ ਕਹਿਣ ਨਾਲ ਆ ਹੋ ਗਿਆ ਇਹ ਨਿਕਲ ਗਿਆ। ਉੱਥੇ ਤਾਂ ਸਾਰਾ ਕੰਮ ਹੀ ਚਾਪਲੂਸੀ ਵਾਲਾ ਕੰਮ ਉੱਥੇ ਬਾਹਲਾ ਹੋ ਗਿਆ। ਕੋਈ ਕਿਸੇ ਨੂੰ ਦੋਸ਼ ਨਹੀਂ, ਇੰਨੇ ਸਾਲਾਂ ਤੋਂ ਰਾਜ ਕਰਦੇ ਕਰਦੇ ਉਹਨਾਂ ਨੂੰ ਆਦਤਾਂ ਪੈ ਗਈਆਂ ਵੀ ਚਾਪਲੂਸ ਕਿਸਮ ਦੇ ਲੋਕ ਅੱਗੇ ਨਿਕਲ ਗਏ। ਜਾਖੜ ਸਾਹਿਬ, ਮੈਂ ਬਹੁਤਾ ਤਾਂ ਨਹੀਂ ਸਿਆਸਤ ਨੂੰ ਜਾਣਦਾ, ਨਾ ਬਹੁਤੀ ਸਿਆਸਤ ਦੇ ਹਿਸਟਰੀ ਬਾਰੇ ਮੈਨੂੰ ਪਤਾ ਹੈ, ਪਰ ਇੰਨਾ ਕੁ ਪਤਾ ਹੈ ਕਿ ਬੀਜੇਪੀ ਨੇ ਕਦੇ ਵੀ ਕਿਸੇ ਬਾਹਰੋਂ ਆਏ ਨਵੇਂ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ, ਬੀਜੇਪੀ ਨੇ ਆਪਣੇ ਜਿਹੜਾ ਉਹਨਾਂ ਦਾ ਢਾਂਚਾ, ਉਹਨਾਂ ਦਾ ਜਥੇਬੰਦੀ, ਉਹਦੇ 'ਚ ਕਦੇ ਬਹੁਤ ਜਲਦੀ ਪੋਜੀਸ਼ਨ ਨਹੀਂ ਦਿੱਤੀ। ਤੁਸੀਂ ਬੀਜੇਪੀ ਦੇ ਵਿੱਚ ਗਏ, ਬੀਜੇਪੀ ਨੇ ਬਹੁਤ ਜਲਦੀ ਪ੍ਰਵਾਨ ਕੀਤਾ ਔਰ ਪ੍ਰਧਾਨ ਬਣਾਤਾ ਇੱਕ ਸੂਬੇ ਦਾ। ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਲਾਈ ਹੈ ਚੋਣਾਂ ਨੂੰ ਲੈ ਕੇ, ਕੋਈ ਕਮਿਟਮੈਂਟ ਤੁਹਾਡੇ ਤੋਂ ਲਈ ਹੈ ਕਿ ਐਟਲੀਸਟ ਅਸੀਂ ਇੰਨਾ ਤਾਂ ਗਰੋ ਕਰਨਾ ਹੀ ਕਰਨਾ ਹੈ? ਮੇਰੇ ਤੋਂ ਕੋਈ ਕਿਸੇ ਕਿਸਮ ਦੀ ਕਮਿਟਮੈਂਟ ਨਹੀਂ ਲਈ ਸਾਹਿਬ। ਆਮ ਬੀਇੰਗ ਵੈਰੀ ਓਨੈਸਟ। ਨਾ ਹੀ ਮੇਰੇ ਤੋਂ ਇਸ ਕਿਸਮ ਦੀ ਕੋਈ ਚਰਚਾ ਹੋਈ, ਨਾ ਮੈਂ ਕਿਸੇ ਨੂੰ ਜਾ ਕੇ ਮਿਲਿਆ ਵੀ ਮੈਨੂੰ, ਬਿਕੋਜ਼ ਆਈ ਆਲਸੋ ਥਿੰਕ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ ਵੀ ਮੈਂ ਜਾ ਕੇ ਕਿਤੇ ਕਹਾਂ ਵੀ ਲੋ ਜੀ ਮੇਰੇ ਗਲੇ 'ਚ ਤੁਸੀਂ ਆ ਮਾਲਾ ਮੇਰੇ ਆ, ਜ਼ਿੰਮੇਵਾਰੀ ਮੇਰੇ ਦੇ ਪਾਓ। ਨੋ, ਇਟ ਵਾਜ਼ ਆਈ ਟੂ ਮੇਰੇ ਵਾਸਤੇ ਵੀ ਉਨਾ ਹੀ ਵੱਡਾ ਸਰਪ੍ਰਾਈਜ਼ ਸੀਗਾ ਜਿੰਨਾ ਕਿਸੇ ਵਾਸਤੇ ਹੋਇਆ ਨਾ। ਅਗਰ ਮੈਂ ਵੀ ਇਹਨਾਂ ਦੇ ਬੀਜੇਪੀ ਵਰਕਰਾਂ ਨਾਲ, ਕਿਉਂਕਿ 1 ਸਾਲ ਤੋਂ ਵੈਸੇ ਹੁਣ ਇੰਟਰੈਕਸ਼ਨ ਕਰਨ ਲੱਗੇ, ਜਾਣਦੇ ਤਾਂ ਸਾਡੇ ਕੁਲੀਗ ਹੀ ਹੈ ਸਭ, ਚਾਹੇ ਉਧਰ ਬੈਠਦੇ ਸੀ ਅਸੈਂਬਲੀ 'ਚ, ਇੱਧਰ ਬੈਠਦੇ ਸੀ, ਸਾਡਾ ਤਾਂ ਮਿਲਣਾ ਜੁਲਣਾ ਤਾਂ ਸਾਰਿਆਂ ਨਾਲ ਸੀਗਾ ਹੀ। ਪਰ ਉਹਨਾਂ ਨੇ ਜਦੋਂ ਕਿਹਾ ਨਹੀਂ, ਉਹ ਦੱਸਣ ਸਾਹਿਬ ਉਹਨਾਂ ਨੇ ਸੁਨੀਲ 'ਚ ਕੀ ਦੇਖਿਆ। ਉਹਨਾਂ ਨੇ ਆਹ ਦੇਖਿਆ ਹੋਣਾ ਵੀ ਆਹ ਬੰਦਾ ਪੰਜਾਬ ਦੀ ਗੱਲ ਕਰਦਾ, ਚਾਹੇ ਕਾਂਗਰਸ 'ਚ ਬੈਠਾ ਸੀਗਾ, ਚਾਹੇ ਇੱਥੇ ਬੈਠਾ ਸੀਗਾ, ਚਾਹੇ ਜਦੋਂ ਮੈਂ ਬਾਦਲ ਸਾਹਿਬ ਦੇ ਨਾਲ ਜਾ ਕੇ, ਤੁਸੀਂ ਯਾਦ ਕਰੋ ਧਾਰੀਵਾਲ ਸਾਹਿਬ ਇਹ ਕਾਂਗਰਸੀ ਲੀਡਰ ਉਦੋਂ ਭੱਜ ਕੇ ਰਾਹੁਲ ਜੀ ਕੋਲ ਗਏ ਸੀ, ਉਹਦਾ ਸੁਨੀਲ ਜਾਖੜ ਦਾ ਬਾਦਲ ਸਾਹਿਬ ਦੇ ਨਾਲ ਜਾ ਵੜਿਆ ਡਾਕਟਰ ਮਨਮੋਹਨ ਸਿੰਘ ਕੋਲ, 2100 ਕਰੋੜ ਰੁਪਏ ਲੈ ਕੇ ਆਏ ਸੀਗੇ ਜੀ। ਮੈਂ ਨਹੀਂ ਕਹਿੰਦਾ ਸੁਨੀਲ ਜਾਖੜ ਨੇ ਮੂੰਹ ਨੂੰ ਦਿੱਤਾ ਸੀਗਾ, ਪਰ ਮੈਂ ਗਿਆ ਸੀਗਾ ਨਾਲ। ਨਹੀਂ ਜਾਖੜ ਸਾਹਿਬ, ਮੈਂ ਗੱਲ ਨਾ ਭੁੱਲ ਜਾ, ਮੈਂ ਪਹਿਲਾਂ ਹੀ ਪੁੱਛਦਾ ਰਹਿ ਗਿਆ। ਕਹਿੰਦੇ ਵੀ ਨਾ ਅਕਾਲੀਆਂ ਦਾ ਬੀਜੇਪੀ ਨਾਲ ਨਾਤਾ ਜੁੜ ਨਹੀਂ ਪਾ ਰਿਹਾ। ਹੋ ਸਕਦਾ ਹੈ ਕਿ ਸੁਨੀਲ ਜਾਖੜ ਦੀ ਕੜੀ ਬਣੇ, ਕਿਉਂਕਿ ਉਹਨਾਂ ਦੇ ਸੰਬੰਧ ਬਹੁਤ ਚੰਗੇ ਰਹੇ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ। ਬਾਦਲ ਸਾਹਿਬ ਨਾਲ ਬਿਲਕੁਲ ਸਾਹਿਬ ਸੰਬੰਧ ਚੰਗੇ ਨਹੀਂ, ਮੇਰੇ ਤੇ ਉਹਨਾਂ ਦਾ ਪੂਰਾ ਆਸ਼ੀਰਵਾਦ ਸੀਗਾ ਸਰ। ਮੈਂ ਤੁਹਾਨੂੰ ਦੱਸੀ ਨਾ ਵੀ ਆ ਜਿਹੜਾ ਮੈਂ ਕਹਿ ਰਿਹਾ ਇੰਸਟੈਂਸ, ਜਦੋਂ ਇੱਥੇ ਵੀ ਇਹ 9 ਮਾਸ ਦਾ ਰਿਸ਼ਤਾ ਜੁੜ ਸਕਦਾ ਇਸ ਕੜੀ ਦੇ ਜ਼ਰੀਏ। ਦਿਸ ਇਜ਼ ਬਿਯੋਂਡ ਮਾਈ ਪੇ ਗ੍ਰੇਡ ਧਾਰੀਵਾਲ ਸਾਹਿਬ। ਆਹ ਫੈਸਲੇ ਉੱਥੋਂ ਦਿੱਲੀ ਹੋਣੇ, ਸੁਨੀਲ ਜਾਖੜ ਤੋਂ ਕੋਈ ਰਾਏ ਪੁੱਛਣਗੇ ਮੈਂ ਆਪਣੀ ਦੇ ਦੂੰਗਾ ਸਭ। ਪਰ ਬਾਦਲ ਸਾਹਿਬ ਨੇ ਜਦੋਂ ਆ ਮਸਲਾ ਆਇਆ ਪਾਣੀਆਂ ਵਾਲਾ, ਜਦੋਂ ਆ ਮੀਂਹ ਪਿਆ ਸੀ 2012-13 'ਚ, ਆ ਸਾਡੇ ਵਾਲਾ ਮੁਕਤਸਰ ਅਬੋਹਰ ਸਾਰਾ ਏਰੀਆ ਭਰ ਗਿਆ ਸੀਗਾ। ਜਿਹੜੇ ਪ੍ਰਧਾਨ ਜੀ ਇਹਨਾਂ ਦੇ, ਮੈਂ ਜਾ ਕੇ ਉੱਥੇ ਜਿਹੜੇ ਹੁਣ ਕਾਂਗਰਸ ਵਾਲੇ ਬਾਲੇ ਬੋਲਦੇ ਆ, ਇਹਨਾਂ ਦੇ ਉੱਥੇ ਗੋਡੇ ਗੋਡੇ ਪਾਣੀ ਸਾਰੇ ਇਲਾਕੇ 'ਚ ਖੜਾ ਸੀ, ਚੀਕਾਂ ਮਾਰਦੇ, ਜਾ ਕੇ ਸਾਰਾ ਦੇਖ ਕੇ ਆਏ। ਤੇ ਡਾਕਟਰ ਮਨਮੋਹਨ ਸਿੰਘ ਇੱਥੇ ਆਏ ਸੀਗੇ ਚੰਡੀਗੜ੍ਹ ਗਵਰਨਰ ਹਾਊਸ ਦੇ ਅੰਦਰ, ਇੱਥੇ ਚੰਡੀਗੜ੍ਹ ਦੇ ਅੰਦਰ ਲੋ ਇਨਕਮ ਫਲੈਟਸ ਕਰਨੇ ਸੀ ਅਲਾਟ। ਤੇ ਮੈਂ ਬੈਠਾ, ਬਾਦਲ ਸਾਹਿਬ ਬੈਠੇ, ਅਜੇ ਆਏ ਨਹੀਂ ਸੀ ਪ੍ਰਾਈਮ ਮਿਨਿਸਟਰ ਡਰਾਇੰਗ ਰੂਮ 'ਚ। ਤੇ ਕਹਿੰਦੇ ਉਸੇ ਦਿਨ, ਇੱਕ ਦਿਨ ਪਹਿਲਾਂ ਜਾ ਕੇ ਆਇਆ ਸੀ ਮੈਂ ਮੁਕਤਸਰ ਏਰੀਆ 'ਚ, ਖਬਰ ਲੱਗੀ ਕਿਤੇ ਦੇਖੀ ਹੋਣੀ, ਚੀਫ ਮਿਨਿਸਟਰ ਨੂੰ ਪਤਾ ਤਾਂ ਹੁੰਦਾ ਹੀ। ਕਹਿੰਦੇ ਜਾਖੜ ਸਾਹਿਬ ਤੁਸੀਂ ਵੀ ਜਾ ਕੇ ਸਾਡੇ ਵਾਲੇ ਇਲਾਕੇ 'ਚ? ਉੱਧਰ ਮੈਂ ਕਿਹਾ ਜੀ ਬਹੁਤ ਪਾਣੀ, ਬੜਾ ਨੁਕਸਾਨ ਹੋਇਆ। ਮੈਂ ਕਿਹਾ ਯਾਰ ਕਿਵੇਂ ਸੂਤ ਆਊਗਾ?
ਤੇ ਮੈਂ ਕਿਹਾ ਜੀ ਅੱਜ ਆਏ ਪ੍ਰਧਾਨ ਮੰਤਰੀ, ਗੱਲ ਕਰੀਏ। ਹੱਸ ਪਏ ਬਾਦਲ ਸਾਹਿਬ, ਕਰੋਗੇ? ਮੈਂ ਕਿਹਾ ਜੀ ਬਿਲਕੁਲ ਕਰਾਂਗੇ। ਕਹਿੰਦਾ ਅੱਛਾ ਠੀਕ ਹੈ। ਜਦੋਂ ਮੈਨੂੰ ਆ ਗਏ, ਅਸੀਂ ਬਾਦਲ ਸਾਹਿਬ ਦੀ ਬੜੀ ਗ੍ਰੇਸ ਸੀਗੀ। ਜਦੋਂ ਪ੍ਰਧਾਨ ਮੰਤਰੀ ਨੇ ਨੈਚੁਰਲੀ ਪਹਿਲਾਂ ਬਾਦਲ ਸਾਹਿਬ ਤੋਂ, ਹੋਰ ਬਾਦਲ ਸਾਹਿਬ ਕੈਸੇ ਹੈ, ਕਹਿੰਦੇ ਜਾਖੜ ਸਾਹਿਬ ਕੁਝ ਕਹਿਣਾ ਚਾਹੁੰਦੇ ਸੀਗੇ। ਮੈਂ ਗੱਲ ਕੀਤੀ, ਮੈਂ ਕਿਹਾ ਜੀ ਸਾਡਾ, ਅਸੀਂ ਬੜਾ ਉੱਥੇ ਹਾਲ ਸਾਡਾ ਠੀਕ ਹੈ ਨਹੀਂ, ਕੋਈ ਕਰੋ। ਤੇ ਉਹਦੇ ਬਾਅਦ ਬਾਦਲ ਸਾਹਿਬ ਨੇ ਆਹੀ ਗੱਲ ਆਖੀ। ਡਾਕਟਰ ਮਨਮੋਹਨ ਸਿੰਘ ਹੱਸ ਪਏ, ਕਹਿੰਦੇ ਮੈਂ ਆਪਣੇ ਰਾਜਨੀਤਿਕ ਕੈਰੀਅਰ 'ਚ ਪਹਿਲੀ ਵਾਰੀ ਦੇਖ ਰਿਹਾ ਵੀ ਇੱਕ ਲੀਡਰ ਆਫ ਆਪੋਜੀਸ਼ਨ ਤੇ ਚੀਫ ਮਿਨਿਸਟਰ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ। ਮੈਂ ਕਿਹਾ ਸਰ ਮੈਂ ਕੋਈ ਬਾਦਲ ਸਾਹਿਬ ਵਾਸਤੇ ਨਹੀਂ ਕਰ ਰਿਹਾ, ਮੈਂ ਪੰਜਾਬ ਦੀ ਗੱਲ ਕਰ ਰਿਹਾ। ਤੇ ਉਹਨਾਂ ਨੇ ਉਦੋਂ ਕਿਹਾ ਤੁਸੀਂ, ਮੈਂ ਤੁਹਾਨੂੰ ਉੱਥੇ ਦਿੱਲੀ ਬੁਲਾਣਾ, ਆਪਾਂ ਬੈਠ ਕੇ ਇਹਦਾ ਹੱਲ ਕਰਾਂਗੇ। ਕੁਝ ਦਿਨਾਂ ਬਾਅਦ ਅਪਾਇੰਟਮੈਂਟ ਆ ਗਿਆ, ਹੁਣ ਉੱਥੋਂ ਟੈਲੀਫੋਨ ਆ ਗਿਆ ਬਾਦਲ ਸਾਹਿਬ ਨੂੰ ਵੀ ਆ ਜਾਓ, ਉੱਥੇ ਮੀਟਿੰਗ ਹੈ। ਤੇ ਮੇਰੇ ਕੋਲ ਫੋਨ ਆਉਂਦਾ ਬਾਦਲ ਸਾਹਿਬ ਦਾ, ਤੇ ਉਹਨਾਂ ਨੇ ਲਾਈਨ ਤੇ ਜਦੋਂ ਆਏ, ਮੈਂ ਕਿਹਾ ਸਤਿ ਸ਼੍ਰੀ ਅਕਾਲ ਸਾਹਿਬ। ਤੇ ਉਹਨਾਂ ਨੇ ਕਿਹਾ ਜਾਖੜ ਸਾਹਿਬ ਉਹ ਬੁਲਾਇਆ ਉਹਨਾਂ ਨੇ, ਤੇ ਤੁਸੀਂ ਚੱਲੋਗੇ ਨਾਲ? ਮੈਂ ਕਿਹਾ ਜੀ ਬਿਲਕੁਲ। ਉਹਨਾਂ ਨੇ ਤਰੀਕ ਦੱਸਦੀ ਪਰਸੋਂ ਪਰਲੇ ਦਿਨ ਜਿਹੜੇ ਸੀਗੇ ਵੀ ਉੱਥੇ ਆਪਾਂ ਦਿੱਲੀ ਮਿਲਦੇ ਹਾਂ। ਮੈਂ ਕਿਹਾ ਸਰ ਮੈਂ ਹਾਜ਼ਰ ਹੋ ਜਾਊਂਗਾ। ਬੰਦ ਹੋ ਗਿਆ। ਤੁਸੀਂ ਧਾਰੀਵਾਲ ਸਾਹਿਬ ਯਕੀਨ ਨਹੀਂ ਕਰੋਗੇ, 2-3 ਜਾਂ 5 ਮਿੰਟਾਂ ਬਾਅਦ ਫੋਨ ਵਾਪਸ ਆਉਂਦਾ ਬਾਦਲ ਸਾਹਿਬ ਦਾ। ਮੈਂ ਕਿਹਾ ਸਰ ਕੀ ਗੱਲ ਹੋ ਗਈ? ਕਹਿੰਦੇ ਨਹੀਂ ਚੋ ਸਾਹਿਬ, ਮੇਰੇ ਇੱਕ ਉਹ ਹਮੇਸ਼ਾ ਚੋ ਸਾਹਿਬ ਕਹਿੰਦੇ ਸੀ, ਮੈਂ ਬੜਾ ਉਹਨਾਂ ਨੂੰ ਅਸੈਂਬਲੀ ਚ ਟੋਕਿਆ। ਮੈਂ ਕਿਹਾ ਜੀ ਮੈਂ ਤੁਹਾਡੇ ਤੋਂ ਉਮਰ 'ਚ ਛੋਟਾ, ਬਹੁਤ ਛੋਟਾ। ਸਾਡੇ ਘਰ 'ਚ ਚੋ ਸਾਹਿਬ ਬੈਠੇ ਹੈ, ਸਾਡੇ ਘਰ 'ਚ ਚੌਧਰੀ ਇੱਕੋ ਹੀ ਹੁੰਦਾ ਹੈ। ਚੋ ਸਾਹਿਬ ਬੈਠੇ, ਮੈਂ ਬੱਚਾ ਤੁਹਾਡਾ, ਪਰ ਨਹੀਂ ਉਹ ਹਮੇਸ਼ਾ ਹੀ ਇਨਸਿਸਟ ਕਰ ਕਿ ਚੋ ਸਾਹਿਬ ਮੈਂ, ਤੁਸੀਂ ਹਾਂ ਕਹਿ ਤਾਂ ਦਿੱਤੀ, ਪਰ ਮੈਂ ਮੁੜ ਕੇ ਸੋਚਿਆ ਕਿ ਤੁਹਾਡਾ ਰਾਜਨੀਤਿਕ ਨੁਕਸਾਨ ਤਾਂ ਨਾ ਹੋ ਜਾਊਗਾ, ਤੁਸੀਂ ਮੇਰੇ ਨਾਲ ਚੱਲੋਗੇ ਉੱਥੇ, ਤੁਹਾਡੇ ਵਾਲੇ ਬੇਲੀ ਤਾਂ ਪਹਿਲਾਂ ਹੀ ਤੁਹਾਡੇ ਮਗਰ ਡਾਂਗਾਂ ਕੱਢੀ ਫਿਰਦੇ ਆ। ਮੈਂ ਕਿਹਾ ਜੀ ਛੱਡਿਆ ਕਰੋ, ਮੈਂ ਇਹਨਾਂ ਨੂੰ ਟਿੱਚ ਜਾਣਦਾ ਜੀ, ਇਹ ਜੀ ਬੁਸਤਰਾਂ ਬਹੁਤ ਫਿਰਦੀਆਂ। ਮੈਂ ਕਿਹਾ ਜੀ ਇਹ ਕਰਦੇ ਰਹਿਣਗੇ, ਮੈਂ ਪੰਜਾਬ ਦੀ ਗੱਲ ਜਾ ਕੇ ਕਰਨੀ, ਆਪਾਂ ਚੱਲਾਂਗੇ। ਅਸੀਂ ਗਏ ਜੀ। ਉਸ ਦਿਨ ਕੋਈ ਬਾਹਰੋਂ ਡਿਗਨਿਟਰੀਜ਼ ਆ ਗਏ, ਪ੍ਰਾਈਮ ਮਿਨਿਸਟਰ ਨਾਲ ਮੀਟਿੰਗ, ਡਾਕਟਰ ਮਨਟੇਕ ਸਿੰਘ ਨਾਲ, ਨੀਤੀ ਆਯੋਗ ਦੇ ਸਾਰੇ ਉਹ ਬੈਠੇ ਸੀਗੇ, ਉਹਨਾਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਵੀ ਇਹ ਗੱਲ ਵੀ ਕਮਾਲ ਹੋ ਗਈ, ਤਾਂ ਦੋਨੋਂ ਇਕੱਠੇ ਆ। ਮੈਂ ਕਿਹਾ ਜੀ ਆਏ ਆ 2100 ਕਰੋੜ ਰੁਪਇਆ ਧਾਰੀਵਾਲ ਸਾਹਿਬ ਲੈ ਕੇ ਆਏ। ਆਹ ਗੱਲ ਬੀਜੇਪੀ ਹਾਈ ਕਮਾਂਡ ਨੇ ਵੀ ਦੇਖੀ ਹੋਣੀ ਵੀ ਆਹ ਬੰਦਾ ਗੱਲ ਪੰਜਾਬ ਦੀ ਕਰਦਾ। ਸੋ ਇਹਦੇ ਨਾਲ ਆ ਨਹੀਂ ਵੀ ਸੁਨੀਲ ਦੀ ਕੋਈ ਮੈਂ ਵਡਿਆਈ ਕਰ ਰਿਹਾ, ਮੈਂ ਬੀਜੇਪੀ ਦੀ ਸੋਚ ਦੀ ਵਡਿਆਈ ਕਰ ਰਿਹਾ। ਮੈਂ ਉਹਨਾਂ ਨੇ ਦੇਖਿਆ ਵੀ ਆਹ ਬੰਦਾ ਪੰਜਾਬ ਦੀ ਗੱਲ ਕਰੂਗਾ। ਇਹ ਰਾਜਨੀਤੀ ਤੋਂ ਉੱਤੇ ਉੱਠ ਕੇ ਅੱਜ ਬੀਜੇਪੀ ਨੂੰ ਪੰਜਾਬ ਦੇ ਨਾਲ ਜਿਹੜਾ ਭ੍ਰਾਂਤੀ ਤਾਂ ਦੂਰ ਹੋਊਗਾ ਵੀ ਲੋਕਾਂ ਨੂੰ ਲੱਗੇ, ਆਹ ਗੱਲ ਵਿਸ਼ਵਾਸ ਹੋਵੇ ਵੀ ਆਹ ਗੱਲਾਂ ਹੀ ਨਹੀਂ ਕਰਦੇ, ਪੰਜਾਬ ਵਾਸਤੇ ਹਰ ਜਾ ਕੇ ਗੱਲ ਚੱਕਣਗੇ। ਪਰ ਬੀਜੇਪੀ ਤਾਂ ਇਹ ਗੱਲ ਵੀ ਕਹਿੰਦੀ ਰਹੀ ਹੈ ਕਾਂਗਰਸ ਤੇ ਕਰਪਸ਼ਨ ਇੱਕੋ ਚੀਜ਼ ਹੈ। ਲੋਕ ਇਹ ਵੀ ਤੁਹਾਨੂੰ ਸਵਾਲ ਪੁੱਛਣਗੇ ਇਲੈਕਸ਼ਨ ਦੇ ਵਿੱਚ, ਤੁਸੀਂ ਜਾਓਗੇ ਚੋਣ ਮੈਦਾਨ ਦੇ ਵਿੱਚ, ਵੀ ਸਾਰੇ ਤਕਰੀਬਨ ਆਲਮੋਸਟ ਪੰਜਾਬ ਦੇ ਜਿਹੜੇ ਕਾਂਗਰਸੀ ਸੀਗੇ ਉਹ ਤਾਂ ਬੀਜੇਪੀ ਦੇ ਵਿੱਚ ਆ ਗਏ ਹੈ, ਤੇ ਹੁਣ ਉਹ ਕਰਪਸ਼ਨ ਜਿਹੜੀ ਆ ਟੈਗ ਉਹਨਾਂ ਦੇ ਗੱਲ ਤੋਂ ਲੈ ਚੁੱਕਿਆ। ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਗੁਰਪ੍ਰੀਤ ਕਾਂਗੜ ਹੋਣ, ਬਲਬੀਰ ਸਿੱਧੂ ਹੋਣ, ਲੰਬੀ ਫਹਿਰਿਸਤ ਹੈ। ਦੇਖੋ ਸਾਹਿਬ, ਮੈਂ ਕਿਸੇ ਨੂੰ ਕਰੈਕਟਰ ਸਰਟੀਫਿਕੇਟ ਨਹੀਂ ਦਿੰਦਾ, ਨਾ ਹੀ ਮੈਂ ਆਪਣੇ ਆਪ ਨੂੰ ਮੈਂ ਕੋਈ ਦੁੱਧ ਦਾ ਤੋਤਾ ਕਹਿੰਦਾ। ਜਿਹਨੇ ਜੋ ਕੁਛ ਕੀਤਾ ਉਹਦੇ ਸਾਹਮਣੇ ਆਊਗਾ ਸਾਹਿਬ, ਇਟ ਕੈਨ ਨਾਟ ਬੀ ਕੰਡੋਨ। ਪਰ ਪਹਿਲਾਂ ਤਾਂ ਗੱਲ ਇਹਨਾਂ ਨੂੰ ਕੌਣ ਰੋਕਦਾ, ਫਿਰ ਫੜ ਕੇ ਸਾਰਿਆਂ ਨੂੰ ਦੇਣ ਅੰਦਰ। ਆਮ ਆਦਮੀ ਪਾਰਟੀ ਦਾ 1 ਸਾਲ ਤੋਂ ਏਜੰਡਾ ਹੀ ਆਇਆ, ਫਿਰ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ ਨਹੀਂ। ਅੱਜ ਤਾਈਂ ਕੀਤਾ ਨਹੀਂ। ਉਹ ਤਾਂ ਹੁਣ ਦੱਸਣਗੇ, ਹੁਣ ਪਤਾ ਲੱਗੂਗਾ। ਜਿਹੜੇ ਕਹਿੰਦੇ ਸੀਗੇ 2-2 ਕਰੋੜ ਰੁਪਇਆ ਇਹਨਾਂ ਨੇ ਲੈ ਲਿਆ ਮੁੰਡਾ ਲੁਹਾਣ ਦਾ, ਤੇ ਕੱਲ ਇਹਨਾਂ ਦੇ ਸਮਝੌਤੇ 'ਚ, ਕੱਲ ਉੱਥੇ ਜਦੋਂ ਜਾ ਕੇ ਟਿਕਟ ਤੇ ਲੜਨ ਲੱਗੇ ਫਾਰਮਰ ਚੀਫ ਮਿਨਿਸਟਰ, ਤੇ ਜਦੋਂ ਇਸ ਪ੍ਰਧਾਨ ਦੀ ਵਾਈਫ ਨੂੰ ਇੱਥੇ ਟਿਕਟ ਦੇ ਕੇ ਲੜਾਣਗੇ ਕਿਤੋਂ, ਤੇ ਜਿਹਨੂੰ ਕਹਿੰਦੇ ਸੀ ਅਸੀਂ ਬੱਸਾਂ ਦੇ ਮਸਲੇ 'ਚ ਅੰਦਰ ਕਰਾਂਗੇ, ਤੇ ਉਹਦੇ ਵਾਸਤੇ ਭਗਵੰਤ ਮਾਨ ਜੀ ਜਾ ਕੇ ਵੋਟਾਂ ਮੰਗਣਗੇ। ਆਹ ਤਾਂ ਭਗਵੰਤ ਮਾਨ ਜੀ ਦੇ ਆਪਦੇ ਮੂੰਹੋਂ ਸਟੇਟਮੈਂਟ ਹੈ ਵੀ ਮੈਂ ਅੰਦਰ ਕਰੂੰਗਾ, ਤੇ ਉਹ ਮੋਟੇ ਇਲੈਕਸ਼ਨ ਲੜਨਗੇ। ਫਿਰ 19 ਚੀਜ਼ਾਂ ਸਮਝੌਤਾ ਕਾਹਦਾ ਹੈ? ਇਹ ਸਮਝੌਤੇ ਦੀ ਤਾਂ ਹੀ ਕਹਿ ਰਿਹਾ, ਸਮਝੌਤਾ ਕਿੰਨੇ ਦਿਨ ਚੱਲਦਾ ਤਾਂ ਆਉਣ ਵਾਲਾ ਸਮਾਂ ਦੱਸੂਗਾ ਸਾਹਿਬ। ਆ ਮਜਬੂਰੀ ਦਾ ਨਾਮ ਇੰਡੀਆ ਹੈ। ਅੱਜ ਦੇ ਦਿਨ ਹੈ INDIA, ਇੰਡੀਆ ਕਹਿੰਦੇ, ਮਨ ਤਾਂ ਸ਼ਰਮ ਆਉਂਦੀ ਹੈ ਵੀ ਇੰਡੀਆ ਇੱਕ ਚੀਜ਼, ਇੰਡੀਆ ਸਾਡਾ ਮੁਲਕ ਹੈ, ਸਾਨੂੰ ਗਰਵ ਹੈ। ਇਹ ਨਾ ਹੀ ਲੈ ਕੇ ਭੱਜ ਗਏ, ਨਾ ਹੀ ਹਾਈਜੈਕ ਕਰ ਲਿਆ ਇਹਨਾਂ ਨੇ। ਹਿੰਦੁਸਤਾਨ ਐਵੇਂ ਹਾਈਜੈਕ ਥੋੜਾ ਹੁੰਦਾ ਸਭ। ਆਖਰੀ ਗੱਲ, ਸਵਾਲ, ਸੁਨੀਲ ਜਾਖੜ ਹੋਰਾਂ ਦਾ ਰਾਜਨੀਤੀ ਦੇ ਵਿੱਚ ਆਈਡਲ ਕੌਣ ਹੈ? ਕੋਈ ਇਦਾਂ ਦਾ ਸ਼ਖਸ ਜਿਹੜਾ ਦਿਲ ਨੂੰ ਬਹੁਤ ਪਸੰਦ ਕਰਦਾ ਹੋਵੇ? ਸਭ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀ ਕੰਟਰੀਬਿਊਸ਼ਨਸ ਕੀਤੀਆਂ ਸਭ। ਹਰੇਕ ਬੰਦੇ ਦੀ, ਕੋਈ ਬੰਦਾ ਆਪਣੇ ਆਪ 'ਚ ਸੰਪੂਰਨ ਨਹੀਂ ਹੁੰਦਾ ਸਰ। ਹਰੇਕ ਬੰਦੇ ਦੀ ਆਪ ਦੀ ਕੁਆਲਿਟੀਜ਼ ਹੈ। ਆਈ ਲਾਈਕ ਦੇ ਕੁਆਲਿਟੀਜ਼ ਜਿਸ ਕਿਸਮ ਦੀ। ਅਗਰ ਸਰਦਾਰ ਪਟੇਲ ਅਗਰ ਲੋਹ ਪੁਰਸ਼ ਮੰਨੇ ਜਾਂਦੇ ਆ ਬਿਕੋਜ਼ ਆਫ ਹਿਸ ਸਟਰੋਂਗ ਰਿਜ਼ੋਲਵ, ਅਗਰ ਪੰਡਿਤ ਨਹਿਰੂ ਮੰਨੇ ਜਾਂਦੇ ਆ ਬਿਕੋਜ਼ ਹਿਸ ਇੰਟੈਲੈਕਚੁਅਲ ਕੈਪੇਬਿਲਿਟੀਜ਼, ਮਹਾਤਮਾ ਗਾਂਧੀ ਮੰਨੇ ਜਾਂਦੇ ਆ ਬਿਕੋਜ਼ ਆਫ ਹਿਸ ਬ੍ਰੌਡਰ ਵਿਜ਼ਨ, ਤੇ ਜਿਸ ਕਿਸਮ ਦੀ ਅਹਿੰਸਾ ਦਾ ਉਹਨਾਂ ਨੇ ਲਿਆ, ਮਿਸਿਸ ਗਾਂਧੀ ਬਿਕੋਜ਼
ਉਹਨਾਂ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਟੁਕੜੇ ਦੋ ਜਦੋਂ ਆ ਗਈ ਗੱਲ, ਜਦੋਂ ਨਿਕਸਨ ਨੇ ਜਾ ਕੇ ਉਹਨੂੰ ਕਿਹਾ ਆਈ ਡੋਂਟ ਕੇਅਰ ਅਬਾਊਟ ਆਈ ਵਿਲ ਡੂ ਵਟ ਇਜ਼ ਬੈਸਟ ਫॉर, ਜਦੋਂ ਵਾਜਪਾਈ ਸਾਹਿਬ ਨੇ ਕਿਹਾ ਵੀ ਆਹ ਗੱਲ ਹੁੰਦੀ ਹੈ, ਵਾਜਪਾਈ ਸਾਹਿਬ ਬਿਕੋਜ਼ ਆਫ ਹਿਜ਼ ਕੈਪੈਸਿਟੀ ਟੂ ਕੈਰੀ ਐਵਰੀਬਡੀ ਅਲੋਂਗ। ਅੱਜ ਵੀ ਉਧਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੁਸੀਂ ਇੱਥੇ ਲੈ ਲੀजिए, ਹਰੇਕ ਖਿੱਤੇ ਦੇ ਅੰਦਰ। ਮੈਂ ਤਾਂ ਕੱਲ ਹੀ ਗੱਲ ਕਰੀ ਜਾਂਦਾ ਸੀ ਜਦੋਂ ਕਿਸੇ ਚੈਨਲ 'ਚ ਬੈਠੇ ਗੱਲ ਆ ਗਈ ਵੀ ਆ ਇਹਨਾਂ ਨੇ ਕੀਤਾ ਜੀ ਐਸਮਾ ਲਾਤੀ ਪਟਵਾਰੀਆਂ ਦੇ ਉੱਤੇ। ਮੈਂ ਕਿਹਾ ਪਰ ਕਰਪਸ਼ਨ ਦੇ ਮੈਂ ਖਿਲਾਫ ਹਾਂ, ਪਰ ਭਗਵੰਤ ਮਾਨ ਜੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਡਾਇਲੌਗ ਬੋਲ ਕੇ ਉਹਨਾਂ ਨੇ ਵੀ ਕਿਹਾ ਸੀ ਮੈਂ ਪਟਵਾਰੀ ਕੱਢ ਕੇ ਨਹੀਂ ਲਿਆ ਦੂੰਗਾ ਵੀ, ਉਹ ਭਗਵੰਤ ਮਾਨ ਜੀ ਡਾਇਲੌਗ ਡਿਲੀਵਰੀ ਕੋਈ ਸਟੇਜ ਹੈ ਨਹੀਂ ਸਾਹਿਬ, ਤੁਸੀਂ ਡਾਇਲੌਗ ਬੋਲਤਾ, ਡਾਇਲੌਗ ਤਾਂ ਮੈਂ ਕੱਢ ਕੇ ਤੁਸੀਂ ਸਰਦਾਰ ਪਟੇਲ ਦੇ ਬੋਲ ਦੂੰਗਾ, ਸੁਨੀਲ ਸਰਦਾਰ ਪਟੇਲ ਬਣ ਜੂਗਾ। ਉਹਨਾਂ ਨੇ ਡਾਇਲੌਗ ਬੋਲਤਾ, ਕਹਿੰਦੇ ਜੀ ਮੈਂ ਪਟਵਾਰੀ ਕੱਢ ਦੂੰ, ਨਹੀਂ ਲਾ ਦੂੰਗਾ। ਭਗਵੰਤ ਮਾਨ ਜੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਇਸ ਕਰਕੇ ਯਾਦ ਕੀਤੇ ਜਾਂਦੇ ਹੈ ਵੀ ਇਸ ਪ੍ਰੋਗਰੈਸਿਵ ਪੰਜਾਬ ਦੀ ਨੀਂਹ ਰੱਖ ਕੇ ਗਏ ਹੈ। ਅੱਜ ਬਾਕੀ ਪੰਜਾਬ ਦੀ ਤਾਂ ਮੈਂ ਗੱਲ ਕਰਦਾ ਨਹੀਂ, ਜਿੱਥੇ ਸਾਰਾ ਕੰਸੋਲੀਡੇਸ਼ਨ ਆਫ ਹੋਲਡਿੰਗ ਹੈ ਉਸ ਬੰਦੇ ਦੀ ਸੋਚ ਸੀਗੀ। ਅੱਜ ਜੇ ਮੇਰੇ ਅਬੋਹਰ ਦੇ ਟਿੱਬਿਆਂ ਦੇ ਉੱਤੇ, ਰਾਜਸਥਾਨ ਸੀਗਾ ਸਾਡਾ ਇਲਾਕਾ, ਉੱਥੇ ਜੇ ਅੰਗੂਰ ਲੱਗਦੇ ਹੈ, ਉੱਥੇ ਕੀਨੋ ਲੱਗਦਾ ਹੈ, ਉਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਸੋਚ ਸੀਗੀ, ਜਿਨ੍ਹਾਂ ਨੇ ਬਾਗਾਂ ਵਾਸਤੇ ਪਾਣੀ 2.5 ਟਾਈਮਸ ਉੱਥੇ ਰਿਲੀਜ਼ ਕੀਤਾ, ਉਹਨੂੰ ਇਨਸੈਂਟੀਵਾਈਜ਼ ਕੀਤਾ। ਇਹ ਜਿਹਾ ਕੋਈ ਕੰਮ ਕਰੋ, ਇਹ ਫੋਕੇ ਡਾਇਲੌਗ ਜੇ ਬੋਲਣ ਨਾਲ ਨਹੀਂ ਕੋਈ ਬਣ ਸਕਦਾ। ਇਸ ਕਰਕੇ ਬਹੁਤ ਸਾਰੇ ਜਿਹੜੇ ਹੈਗੇ ਲੀਡਰਸ ਹੈਗੇ ਇੰਟਰਨੈਸ਼ਨਲ ਸਫੀਅਰ ਦੇ ਅੰਦਰ ਜਿਨ੍ਹਾਂ ਨੇ ਕੰਮ ਕੀਤਾ ਹੈ, ਗੋਲਡਾ ਮਾਇਰ ਜਿਹਨਾਂ ਨੂੰ ਦੇਖਦੇ ਆ ਬਿਕੋਜ਼ ਆਫ ਹਰ ਰੈਜ਼ੋਲੂਟਨੈਸ, ਐਵੇਂ ਨਹੀਂ ਉਹਨਾਂ ਨੂੰ ਜਦੋਂ ਕਹਿੰਦੇ ਸੀ ਵੀ ਉਸ ਟਾਈਮ ਤਾਂ ਗਿਣੇ ਤਿੰਨ ਜਾਂਦੇ ਸੀ, ਮਾਰਗਰੇਟ ਥੈਚਰ ਆ, ਮਿਸ ਗਾਂਧੀ ਨੂੰ ਆਇਰਨ ਲੇਡੀ ਕਹਿੰਦੇ ਸੀ, ਅਗਰ ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਇਹ ਸਾਰੀ ਦੁਨੀਆ ਬੁਲਾਵਲੂ ਕਰ ਰਹੀ ਹੈ ਬਿਕੋਜ਼ ਹੀ ਹੈਜ਼ ਪ੍ਰੂਵਨ ਹਿਮਸੈਲਫ। ਲੀਡਰਸ਼ਿਪ ਮੌਕਾ ਕਿਸੇ ਨੂੰ ਮਿਲਦਾ ਸਾਹਿਬ, ਦੇਅਰ ਆਰ ਸੋ ਮੈਨੀ ਟੈਲੈਂਟਸ ਅਵੇਲੇਬਲ, ਕਿਸੇ ਨੂੰ ਮੌਕਾ ਤਾਂ ਮਿਲਦਾ ਨਹੀਂ ਮਿਲਦਾ, ਬਟ ਉਹ ਕਹਿੰਦੇ ਚਮਤਕਾਰ ਨੂੰ ਨਮਸਕਾਰ ਹੈ ਸਾਹਿਬ। ਨਾਮ ਰੱਖਣ ਨਾਲ ਕੋਈ, ਉਹ ਤੁਸੀਂ ਕਹਿੰਦੇ ਨਾ ਵੀ ਇੰਡੀਆ ਰੱਖਣ ਨਾਲ ਉਹ ਹਿੰਦੁਸਤਾਨ ਦੇ ਨੁਮਾਇੰਦੇ ਨਹੀਂ ਬਣ ਗਏ। ਜਿਸ ਤਰ੍ਹਾਂ ਸਾਡੇ ਵਾਲਾ ਬੇਲੀ ਪੱਗ ਬਣ ਕੇ ਸਰਦਾਰ ਨਹੀਂ ਬਣ ਸਕਦਾ, ਸਭ ਕੋ ਪੱਗ ਬਣ ਕੇ ਸਿੱਖ ਨਹੀਂ ਬਣ ਸਕਦਾ, ਪੱਗ ਬਣ ਕੇ ਸਰਦਾਰ ਬਣ ਜਾਓਗੇ ਤੁਸੀਂ। ਨਕਲੀ ਡਰਾਮਾ ਕਰਕੇ ਤਾਂ ਫਿਲਮਾਂ ਚ ਲਾਈ ਫਿਰਦੇ ਨਾ, ਉਹ ਜਦੋਂ ਪਤਾ ਲੱਗਦਾ ਬਾਅਦ ਚ ਕੀ ਹੈ ਤਾਂ ਨਿਕਲਿਆ ਕੁਛ ਹੋਰ ਹੈ। ਉਹ ਫਿਲਮਾਂ ਦੇ ਅੰਦਰ ਤਾਂ ਨਲਕੇ ਪੱਟੀ ਜਾਂਦੇ ਆ, ਬਾਅਦ ਚ ਕੁਛ ਹੋਰ ਹੀ ਪੱਟੀ ਜਾਂਦੇ ਆ। ਆ ਜਿਹੜੇ ਆ ਨਕਲੀ ਬੰਦੇ ਨਕਲੀ ਹੈ ਸਾਹਿਬ। ਨਾਮ ਰੱਖਣ ਨਾਲ ਕੋਈ ਇੰਡੀਆ ਨਹੀਂ ਤੇ ਪੱਗ ਰੱਖਣ ਨਾਲ ਕੋਈ ਸਰਦਾਰ ਨਹੀਂ। ਕੰਮ ਬੋਲਣਗੇ ਇਵੈਂਚੁਅਲੀ, ਤੁਹਾਡਾ ਕਿਰਦਾਰ ਬੋਲੂਗਾ ਸਾਹਿਬ। ਉਹਨਾਂ ਲੋਕਾਂ ਦੇ ਕਿਰਦਾਰ ਹੈ ਦੈਟ ਕੈਨ ਨਾਟ ਬੀ ਇਗਨੋਰਡ। ਅਸੀਂ ਉਹਨਾਂ ਲੋਕਾਂ ਨੂੰ ਸਲਾਮ ਕਰਦੇ ਹਾਂ। ਸਰਦਾਰ ਭਗਤ ਸਿੰਘ ਦਾ ਹੁਣ ਕੋਈ ਜੇ ਉਹ ਉਹਨਾਂ ਵਾਂਗੂ ਇੱਥੇ ਆ ਜਿਹੜੇ ਆ ਪੱਗਾਂ ਬੰਨੀ ਫਿਰਦੇ ਹੈ ਬਸ ਇਹ ਕੋਈ ਮੈਂ ਸਮਝਦਾ ਵੀ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਇਹਨਾਂ ਦਾ ਕੇਸ ਕਰਨਾ ਚਾਹੀਦਾ ਵੀ ਇਹ ਸਾਡੇ ਉਹਨਾਂ ਦਾ ਸ਼ਹੀਦਾਂ ਦਾ ਬਦਨਾਮੀ ਹੈ ਇਹਨਾਂ ਲੋਕਾਂ ਨੂੰ ਜਿਹੜੇ ਇਸਤੇਮਾਲ ਕਰਦੇ, ਜਿਨ੍ਹਾਂ ਦਾ ਕਿਰਦਾਰ ਇਸ ਕਿਸਮ ਦਾ ਹੈ ਨਹੀਂ ਵੀ ਸਰਦਾਰ ਭਗਤ ਸਿੰਘ ਦੇ ਨਾਮ ਦੇ ਨਾਲ ਉਸ ਸੈਂਟੈਂਸ ਦੇ ਵਿੱਚ ਇਹਨਾਂ ਦਾ ਨਾਮ ਲਿਆ ਜਾਵੇ। ਉਹ ਲੋਕ ਅੱਜ ਸਰਦਾਰ ਭਗਤ ਸਿੰਘ ਦੇ ਵਾਰਿਸ ਬਣੇ ਫਿਰਦੇ। ਲਾਲਾ ਲਾਜਪਤ ਰਾਏ ਨੇ ਸਾਰਿਆਂ ਵਾਸਤੇ ਇੱਥੇ ਡਾਂਗਾਂ ਖਾਧੀਆਂ ਛਾਤੀ ਦੇ ਉੱਤੇ। ਉਹ ਸ਼ਖਸੀਅਤਾਂ ਸੀਗੇ ਸਭ, ਅੱਜ ਯਾਦ ਕਰਦੇ। ਮੈਨੂੰ ਇੱਕ ਗੱਲ ਤੇ ਬੜੀ ਧਾਰੀਵਾਲ ਸਾਹਿਬ, ਸੌਰੀ ਟਾਈਮ ਤੁਹਾਡੇ ਕੋਲ ਹੈ, ਲੋਕ ਹਰੇਕ ਕੋਈ ਅੱਜ ਕੱਲ੍ਹ ਇੱਕ ਰਿਵਾਜ ਬਣਿਆ ਸ਼ਹੀਦ ਦਾ ਦਰਜਾ ਦਿਵਾਓ ਸਾਹਿਬ। ਮੈਂ ਤਾਂ ਕਿਤੇ ਨਹੀਂ ਪੜ੍ਹਿਆ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਕਿਸੇ ਨੇ ਦਰਜਾ ਦਿੱਤਾ ਹੋਵੇ। ਸਰਦਾਰ ਊਧਮ ਸਿੰਘ ਨੂੰ ਕਿਸੇ ਨੇ, ਕਿਉਂ ਸ਼ਹੀਦ ਊਧਮ ਸਿੰਘ ਵੱਜਦੇ ਆ ਸਾਹਿਬ, ਕਿਸੇ ਨੇ ਕਿਸੇ ਸਰਕਾਰ ਨੇ ਦਿੱਤਾ ਹੈਗੇ। ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ ਸਾਹਿਬ। ਤੁਸੀਂ ਕੰਮ ਇਹੋ ਜਿਹਾ ਕਰਕੇ ਗਏ ਹੋ, ਆਪੇ ਆਪ ਤੁਹਾਨੂੰ ਇਹ ਸਰਕਾਰ ਦੇ ਮੁਹਤਾਜ ਨਹੀਂ ਹੋ ਸਕਦੇ ਤੁਸੀਂ। ਉਹਨਾਂ ਨੇ ਸਰਕਾਰਾਂ ਨਾਲ ਸਿੰਘ ਫਸਾਏ ਸੀ ਤਾਂ ਸ਼ਹੀਦ ਹੋਏ ਸਭ। ਇਸ ਕਰਕੇ ਲੋਕਾਂ ਦੀ ਵੀ ਸੋਚ ਬਦਲਣੀ ਪਊਗੀ। ਉਹ ਸੋਚ ਨੂੰ ਲੈ ਕੇ ਸਾਰਾ ਮਸਲਾ ਹੈ। ਇਸ ਕਰਕੇ ਪੰਜਾਬ ਸਾਡਾ ਮੁਲਕ, ਇਹਨੂੰ ਹਮੇਸ਼ਾ ਇਹਦੇ ਵਾਸਤੇ ਰਲ ਮਿਲ ਕੇ ਕੰਮ ਕਰੀਏ। ਚੰਗੇ ਕੰਮ ਨੂੰ ਅਸੀਂ ਚੰਗੇ ਕਵਾਂਗੇ, ਪੰਜਾਬ ਵਾਸਤੇ ਲੜਾਈ ਲੜਾਂਗੇ ਸਾਹਿਬ। ਜ਼ਿੰਮੇਵਾਰੀ ਜਿਹੜੀ ਹੈ ਮਿਲੀ, ਇਸ ਜ਼ਿੰਮੇਵਾਰੀ ਨਿਭਾਉਣ ਦੀ ਵਟਐਵਰ ਲਿਮਿਟਡ ਐਬਿਲਿਟੀਜ਼ ਆ। ਮੈਂ ਬਸ ਇੱਕੋ ਹੀ ਤੁਹਾਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੀ ਜਿਹੜੀ ਖੂਬਸੂਰਤੀ ਹੈ, ਜਿਹਦੀ ਗੱਲ ਤੁਸੀਂ ਕੀਤੀ ਹੈ ਕਿ ਸਭ ਤੋਂ ਸੈਕੂਲਰ ਜੇਕਰ ਕੋਈ ਸੂਬਾ ਹੈ ਉਹ ਪੰਜਾਬ ਹੈ, ਪੰਜਾਬ ਦੀ ਖੂਬਸੂਰਤੀ ਹੈ। ਅੱਗੇ ਵੀ ਮੈਂ ਇੱਕ ਦੋ ਵਾਰੀ ਜ਼ਿਕਰ ਕੀਤਾ ਆਪਣੇ ਕੁਝ ਪ੍ਰੋਗਰਾਮਸ ਦੇ ਵਿੱਚ ਕਿ ਤੁਸੀਂ ਉਹ ਵੇਲਾ ਯਾਦ ਕਰੋ ਜਦੋਂ ਰੌਲਟ ਐਕਟ ਲਿਆਂਦਾ ਸੀ, ਜਿਹਦੇ ਅੰਦਰ ਨਾ ਅਪੀਲ ਸੀ, ਨਾ ਦਲੀਲ ਸੀ, ਨਾ ਵਕੀਲ ਸੀ। ਉਹਦੇ ਖਿਲਾਫ ਜਦੋਂ ਇਕੱਠੇ ਹੋਏ ਸੀਗੇ ਪ੍ਰੋਫੈਸਰ ਕਿਚਲੂ ਤੇ ਦੂਜੇ ਦਾ ਮੈਂ ਨਾਮ ਭੁੱਲ ਗਿਆ, ਉਹ ਇੱਕ ਹਿੰਦੂ ਸੀ ਤੇ ਇੱਕ ਮੁਸਲਮਾਨ ਸੀ। ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਉਸ ਐਕਟ ਦੇ ਖਿਲਾਫ ਜਦੋਂ ਇਕੱਠੇ ਹੋ ਕੇ
ਵਿਦਰੋਹ ਕੀਤਾ ਸੀਗਾ, ਉਹਨਾਂ ਨੇ ਰੋਸ ਜ਼ਾਹਰ ਕੀਤਾ ਸੀਗਾ। ਇਹ ਪੰਜਾਬ ਦੀ ਖੂਬਸੂਰਤੀ ਹੈ, ਇਸ ਖੂਬਸੂਰਤੀ ਨੂੰ ਤੁਸੀਂ ਬਚਾ ਕੇ ਜ਼ਰੂਰ ਵੈਸੇ ਰੱਖੋ। ਕਰਕੇ ਕਹਿ ਰਹੇ ਕਿ ਉਹ ਖੂਬਸੂਰਤੀ ਸੀਗੀ, ਉਹਨਾਂ ਲੋਕਾਂ ਦਾ ਕਿਰਦਾਰ ਸੀਗਾ। ਹੁਣ ਉਹਨਾਂ ਦਾ ਨਾਮ ਲੈ ਕੇ ਕੋਈ ਇੱਥੇ ਆਪਣੇ ਆਪ ਨੂੰ, ਇਟਸ ਨਾਟ ਅ ਸਟੇਜ ਸਾਹਿਬ, ਆ ਕੋਈ ਡਰਾਮਾ ਆਰਟਿਸਟ ਨਹੀਂ ਹੈ ਇੱਥੇ ਵੀ ਤੁਸੀਂ ਮੈਂ ਕੋਈ ਪੁਰਾਣਾ ਡਰਾਮਾ ਆਰਟਿਸਟ ਸੀਗਾ ਇਸ ਕਰਕੇ ਮੈਂ ਇੱਕ ਸਟੇਜ ਤੇ ਐਕਟ ਕਰ ਦੂੰਗਾ। ਤਾਂ ਇੱਕ ਜਜ਼ਬਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਾਂ, ਪੰਜਾਬੀਅਤ ਇੱਕ ਜਜ਼ਬਾ ਹੈ। ਅਸੀਂ ਤਾਂ ਲੋਕਾਂ ਦੀ ਅਣਖ ਤੇ ਪਹਿਰਾ ਦਿੰਦੇ। ਗੁਰੂ ਤੇਗ ਬਹਾਦਰ ਜੀ ਨੇ ਕੀ ਲੈਣਾ ਸੀਗਾ ਉੱਥੇ, ਉਹ ਆ ਕੇ ਕਹਿ ਦਿੰਦੇ ਤੁਸੀਂ ਜਾਣੋ ਤੁਹਾਡਾ ਕਸ਼ਮੀਰ ਜਾਣੇ, ਮੈਂ ਤੁਹਾਡਾ ਕੀ ਲੈਣਾ ਦੇਣਾ ਸਾਹਿਬ। ਉਹਨਾਂ ਨੇ ਕਿਉਂ ਉਹਨਾਂ ਵਾਸਤੇ, ਕਿਉਂਕਿ ਅਸੀਂ ਤਾਂ ਉਹਨਾਂ ਦੀ ਅਣਖ ਤੇ ਪਹਿਰਾ ਦਿੰਦੇ ਆ। ਉਹਨਾਂ ਦੀ ਆਬਰੂ ਅਣਖ ਸਾਰਿਆਂ ਨੂੰ ਖਤਰਾ ਪੈ ਗਿਆ ਸੀ। ਗੁਰੂ ਮਹਾਰਾਜ ਨੇ ਇਸ ਉਮਰ 'ਚ ਕਿਹਾ ਜੀ ਤੁਹਾਡੇ ਤੋਂ ਵੱਡਾ ਕੁਰਬਾਨੀ ਕੌਣ ਹੋ ਸਕਦੀ ਹੈ। ਅਸੀਂ ਕਿਵੇਂ ਇਸ ਗੱਲ ਨੂੰ ਭੁੱਲ ਸਕਦੇ ਹਾਂ ਸਰ। ਜੇ ਸਾਨੂੰ ਆ ਕੇ ਕੱਲ ਕੋਈ ਦੱਸੇ ਵੀ ਨਹੀਂ ਜੀ ਤੂੰ ਤਾਂ ਹਿੰਦੂ ਹੈ, ਇਸੇ ਕਰ ਤੁਸੀਂ ਪੁੱਤੰਦਰੋ, ਤੁਸੀਂ ਉਸ ਗੁਰੂ ਮਹਾਰਾਜ ਦੇ ਵਾਰਸ ਹੀ ਨਹੀਂ ਜੀ, ਇਸ ਕਿਸਮ ਦੀ ਗੱਲ ਕਰੀ ਜਾਂਦੇ। ਸੋ ਇਹ ਸੋਚ ਹੈ, ਇਸ ਸੋਚ ਨੂੰ ਕਾਇਮ ਰੱਖੀਏ ਸਾਹਿਬ। ਮੈਂ ਉਸ ਸੋਚ ਤੇ ਕਰਕੇ ਕਹਿੰਦਾ ਵੀ ਮੈਂ ਮੈਨੂੰ ਫਖਰ ਹੈ ਇਸ ਗੱਲ ਦਾ, ਮੈਂ ਪੰਜਾਬੀ ਹਾਂ। ਤੇ ਇਸ ਗੱਲ ਦੇ ਮੈਨੂੰ ਅੰਦਰ ਤਾਂ ਹੀ ਮੈਂ ਕਹਿੰਦਾ, ਜਦੋਂ ਕਹਿੰਦਾ ਲੋਕਾਂ ਨੇ ਇੱਟ ਪੱਥਰ ਮਾਰੇ ਮੈਨੂੰ ਪੀੜ ਜਰਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ, ਮੈਂ ਤਾਂ ਉਸ ਟੀਸ ਦੇ ਵਿੱਚ ਇਹਨਾਂ ਨੂੰ ਛੱਡ ਕੇ ਗਿਆ ਸਾਹਿਬ। ਮੈਨੂੰ ਕਰੀ ਜਾਂਦੇ ਐਸ ਸਾਰੇ ਨਕਲੀ ਫਰਾਡ ਜਿਹੜੇ ਆ ਤੁਰੇ ਫਿਰਦੇ ਆ। ਇਟਸ ਅ ਬੰਚ ਆਫ ਫਰਾਡ ਸਾਹਿਬ। ਬਹੁਤ ਬੜੀਆ ਲੋਕ ਬੈਠੇ ਉੱਥੇ ਪਾਰਟੀ 'ਚ, ਉਹਨਾਂ ਨੂੰ ਵੀ ਮਨ ਲੱਗਦਾ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗੂਗਾ ਵੀ ਕਿਹੜੇ ਲੋਕਾਂ ਦੇ ਵਾਹ ਪਏ ਹੈ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਇਹ ਜੇ ਚਾਪਲੂਸਾਂ ਨੂੰ ਬਾਗਡੋਰ ਦੇ ਰੱਖੀ ਹੈ। ਦੇ ਆਰ ਨਾਟ ਫਿਟ ਫॉर ਦਿਸ ਪੋਜੀਸ਼ਨ ਸਰ। ਠੀਕ ਹੈ ਜਾਖੜ ਸਾਹਿਬ, ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਸੋ ਇਹ ਗੱਲਬਾਤ ਤੁਸੀਂ ਸੁਣ ਰਹੇ ਸੀਗੇ ਸੁਨੀਲ ਹੋਰਾਂ ਦੇ ਮੁਖਾਰਬਿਨ ਚੋਂ ਸਿਆਸਤ ਦੇ ਉੱਤੇ। ਇਸ ਸਮਾਂ ਸੁਨੀਲ ਤੇ ਸਿਆਸਤ ਲੱਗਦਾ ਹੈ ਕਿ 24 ਦੇ ਵਿੱਚ ਕੁਝ ਕਰਨਗੇ, ਔਰ ਉਸ ਦਾ ਰਿਜ਼ਲਟ ਕੀ ਹੋਊਗਾ ਫਿਰ ਉਸ ਤੋਂ ਬਾਅਦ ਫਿਰ ਤੋਂ ਗੱਲਬਾਤ ਕਰਾਂਗੇ। ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ। ਮੈਨੂੰ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।